ਯਮਸੀ ਦੀ ਬਲੈਸਿੰਗ ਡੇ। ਪ੍ਰਭੂ ਦਾ ਧੰਨਵਾਦ, ਪ੍ਰਭੂ ਦਾ ਸ਼ੁਕਰ, ਪ੍ਰਭੂ ਦੀ ਵਡਿਆਈ ਕਰਦੇ ਹਾਂ ਇਸ ਸੋਹਣੇ ਜਿਹੇ ਬਹੁਤ ਹੀ ਖੂਬਸੂਰਤ ਦਿਨ ਵਾਸਤੇ ਜਿਹੜਾ ਪਰਮੇਸ਼ਰ ਨੇ ਆਪਾਂ ਨੂੰ ਦਿੱਤਾ ਹੈ। That's right. ਕਿਉਂਕਿ ਸੱਚਮੁੱਚ ਹਰ ਰੋਜ਼, ਹਰ ਸਵੇਰ, ਹਰ ਦਿਨ, ਹਰ ਘੰਟਾ ਪਰਮੇਸ਼ਰ ਜਿਹੜਾ ਸਾਨੂੰ ਦਿੰਦਾ ਉਹਦੀ ਕਿਰਪਾ ਹੈ। Yep. ਇਨਸਾਨ ਸਾਰੀਆਂ ਚੀਜ਼ਾਂ ਤਾਂ ਨਹੀਂ ਖਰੀਦ ਸਕਦਾ, ਕਿਹਾ ਜਾਂਦਾ ਵੀ ਇਨਸਾਨ ਸਭ ਕੁਝ ਖਰੀਦ ਸਕਦਾ, ਪਰ ਜਿੰਨੀ ਉਹਦੀ ਹੈਸੀਅਤ ਹੋਵੇ ਉਹਦੇ ਵਿੱਚ ਰਹਿ ਕੇ ਉਹ ਜਿਹੜੀ ਚੀਜ਼ ਨੂੰ ਚਾਹੇ ਖਰੀਦ ਸਕਦਾ ਹੈ। ਪਰ ਇੱਕ ਚੀਜ਼ ਹੈਗੀ ਆ ਜਿਹੜੀ ਉਹ ਨਹੀਂ ਖਰੀਦ ਸਕਦਾ, ਆਪਣਾ ਜੀਵਨ ਨਹੀਂ ਖਰੀਦ ਸਕਦਾ, ਆਪਣੇ ਜੀਣ ਦੇ ਦਿਨ ਨੂੰ ਨਹੀਂ ਖਰੀਦ ਸਕਦਾ। ਇੱਕ ਮਿੰਟ ਵੀ ਨਹੀਂ ਖਰੀਦ ਸਕਦਾ। ਹਾਂਜੀ, ਇੱਕ ਮਿੰਟ, ਇੱਕ ਸਕਿੰਟ, ਕੁਛ ਵੀ ਆਪਾਂ ਨਹੀਂ ਖਰੀਦ ਸਕਦੇ। Absolutely ਸੋ ਇਸ ਕਰਕੇ ਜਿਹੜਾ ਟਾਈਮ ਆਪਣੇ ਕੋਲ ਹੈਗਾ ਆ ਉਹਨੂੰ ਐਵੇਂ ਵਿਅਰਥ ਨਾ ਜਾਣ ਦਈਏ। ਉਹਦੇ ਵਿੱਚ ਅਸੀਂ ਆਪਣੇ ਸਿਰਜਣਹਾਰ ਨੂੰ, ਜਿਹੜਾ ਸਾਨੂੰ ਦਿਨ ਦਿੰਦਾ ਆ, ਜਿਹਨੇ ਸਾਨੂੰ ਜੀਂਦੇ ਰੱਖਿਆ, ਉਹਦੀ ਅਸੀਂ ਵਡਿਆਈ ਕਰ ਸਕੀਏ। ਕਿਉਂਕਿ ਉਹਦੀ ਕਿਰਪਾ ਦੇ ਨਾਲ ਹੀ ਆ ਸਾਨੂੰ ਜੀਵਨ ਮਿਲਿਆ। ਬਹੁਤ ਸਾਰੇ ਅਸੀਂ ਆਪਾਂ ਇੱਦਾਂ ਕਹਿੰਦੇ ਹਾਂ ਕਿ ਮੈਂ ਆਹ ਕਰ ਸਕਦਾ, ਮੈਂ ਉਹ ਕਰ ਸਕਦਾ, ਮੈਂ ਦੁਨੀਆ ਹਿਲਾ ਦੂੰਗਾ। ਦੁਨੀਆ ਤਾਂ ਕੀ, ਤੁਸੀਂ ਆਪਣੇ ਜੀਵਨ ਨੂੰ ਵੀ ਹਿਲਾ ਨਹੀਂ ਸਕਦੇ। ਸੋ ਅਸੀਂ ਪ੍ਰਭੂ ਦਾ ਬਹੁਤ ਮੈਂ ਦਿਲੋਂ ਧੰਨਵਾਦ ਤੇ ਸ਼ੁਕਰ ਕਰਦੀ ਹਾਂ ਤੇ ਤੁਹਾਡੇ ਸਾਰਿਆਂ ਦੇ ਜੀਵਨਾਂ ਵਾਸਤੇ ਵੀ ਪਰਮੇਸ਼ਰ ਅੱਗੇ ਧੰਨਵਾਦ ਦੀ ਭੇਟ ਚੜਾਉਣੀ ਆ। ਜਿੰਨੇ ਵੀ ਅੱਜ ਪਰਮੇਸ਼ਰ ਦੇ ਲੋਕ ਸਾਡੇ ਨਾਲ ਜੁੜਨ ਵਾਲੇ ਆ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਚਾਹੇ ਨੌਜਵਾਨ ਆ, ਬੱਚੇ ਆ, ਬਜ਼ੁਰਗ ਆ, ਸਾਡੇ ਮਾਤਾ ਪਿਤਾ ਆ, ਸਾਡੇ ਭੈਣ ਭਰਾ ਆ, ਉਹਨਾਂ ਸਾਰਿਆਂ ਦਾ ਪ੍ਰਭੂ ਦਾ ਧੰਨਵਾਦ ਕਰਦੀ ਕਿ ਉਹਨਾਂ ਨੂੰ ਵੀ ਅੱਜ ਇੱਕ ਸੋਹਣਾ ਮੌਕਾ ਦਿੱਤਾ, ਦਿਨ ਦਿੱਤਾ, ਜਿਹਦੇ ਵਿੱਚ ਅਸੀਂ ਇਕੱਠੇ ਬੈਠ ਕੇ ਪ੍ਰਭੂ ਦੀ ਸਿਜਦਾ ਕਰ ਸਕਦੇ, ਪ੍ਰਭੂ ਦੇ ਬਚਨਾਂ ਨੂੰ ਜਾਣ ਸਕਦੇ ਹਾਂ। ਤੁਸੀਂ ਬਾਹਰ ਵੋਕ ਲਈ ਜਾਇਓ ਕਿਤੇ ਤਾਂ ਦੇਖਿਓ ਪਰਮੇਸ਼ਰ ਨੇ ਕਿੰਨਾ ਕੁਛ ਇਨਸਾਨ ਲਈ ਬਣਾਇਆ, ਕਿੰਨਾ ਖੂਬਸੂਰਤ ਉਹਨੇ ਸੰਸਾਰ ਬਣਾਇਆ। ਪਰ ਕਈ ਵਾਰੀ ਅਸੀਂ ਉਹਨੂੰ ਦੇਖਦੇ ਨਹੀਂ, ਅਸੀਂ ਆਪਣੀਆਂ ਅੱਖਾਂ ਤੇ ਬੰਦ ਕਰਕੇ ਪਰਦਾ ਪਾਇਆ ਆ ਤੇ ਅਸੀਂ ਉਹ ਚੀਜ਼ਾਂ ਦੇਖਦੇ ਹਾਂ ਜੋ ਸ਼ੈਤਾਨ ਸਾਡੇ ਸਾਹਮਣੇ ਲੈ ਕੇ ਆਉਂਦਾ, ਜਿਹੜੀਆਂ ਖੂਬਸੂਰਤ ਨਹੀਂ ਹੈਗੀਆਂ। ਪਰ ਪਰਮੇਸ਼ਰ ਨੇ ਆਪਣੇ ਬੱਚਿਆਂ ਲਈ ਬਹੁਤ ਖੂਬਸੂਰਤ ਦੁਨੀਆ ਬਣਾਈ ਹੈ ਤੇ ਆਪਾਂ ਉਹਦੇ ਵਾਸਤੇ ਧੰਨਵਾਦ ਕਰਦੇ ਹਾਂ। ਤੇ ਜਿੰਨੇ ਵੀ ਸਾਡੇ ਨਾਲ ਜੁੜੇ ਆ ਜਾਂ ਜੁੜਨ ਵਾਲੇ ਆ, ਉਹਨਾਂ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ। ਜਿੱਥੇ ਤੁਸੀਂ ਹੈਗੇ ਆ, ਪ੍ਰਭੂ ਤੁਹਾਡੇ ਨਾਲ ਵਾ, ਕਿਉਂਕਿ ਉਹਨਾਂ ਦਾ ਬਹੁਤ ਹੀ ਇਹ ਮਿੱਠਾ ਵਾਅਦਾ ਆ ਕਿ ਜਿੱਥੇ ਵੀ ਤੁਸੀਂ ਜਾਓਗੇ ਮੈਂ ਤੁਹਾਡੇ ਨਾਲ ਹੋਊਂਗਾ। Amen. ਸੋ ਤੁਸੀਂ ਵੀ ਉਹਨਾਂ ਨੂੰ ਆਪਣੇ ਨਾਲ ਰੱਖਣਾ। ਕਈ ਵਾਰੀ ਆਪਾਂ ਮੇਲੇ 'ਚ ਜਾ ਕੇ ਆਪਣੇ ਮਾਂ-ਬਾਪ ਦਾ ਹੱਥ ਛੁਡਾ ਕੇ ਇੱਧਰ ਉੱਧਰ ਤੁਰਨ ਲੱਗਦੇ। ਅੱਜ ਤੁਸੀਂ ਪ੍ਰਭੂ ਦੀ ਹਜ਼ੂਰੀ 'ਚ ਬੈਠ ਕੇ ਉਹਨਾਂ ਦੀ ਹੀ ਹਜ਼ੂਰੀ 'ਚ ਰਹਿਣਾ, ਦੁਨੀਆ ਦੇ ਵਿੱਚ ਨਹੀਂ ਜਾਣਾ। ਕੀ ਮਤਲਬ? ਸਾਡੀਆਂ ਸੋਚਾਂ, ਕਈ ਵਾਰੀ ਅਸੀਂ ਬੈਠੇ ਕਿਤੇ ਹੋਰ ਹੁੰਦੇ ਆ ਤੇ ਸਾਡੀਆਂ ਸੋਚਾਂ ਕਿਤੇ ਹੋਰ ਹੁੰਦੀਆਂ। ਤੁਸੀਂ ਆਪਣੀਆਂ ਸੋਚਾਂ ਦੇ ਵਿੱਚ ਵੀ ਆਪਣੇ ਪਿਤਾ ਪਰਮੇਸ਼ਰ ਨੂੰ, ਜਿਹੜਾ ਸਾਜਣਹਾਰ ਵਾ, ਜਿਹੜੇ ਸਵਰਗਾਂ ਦੇ ਵਿੱਚ ਰਹਿੰਦਾ, ਉਹਨਾਂ ਨੂੰ ਹੀ ਲੈ ਕੇ ਆਉਣਾ, ਕਿਉਂਕਿ ਅੱਜ ਉਹ ਤੁਹਾਨੂੰ ਪਿਆਰ ਕਰਦੇ ਆ ਤੇ ਅੱਜ ਉਹ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ। That's right. ਕਿਉਂਕਿ ਜਿਹੜਾ ਪ੍ਰਭੂ ਦਾ ਵਚਨ ਵਾ, ਬਾਈਬਲ, ਪਵਿੱਤਰ ਬਾਈਬਲ ਵਾ, ਇਹਦੇ ਨਾਲ ਪ੍ਰਭੂ ਸਾਡੇ ਨਾਲ ਗੱਲਾਂ ਕਰਦੇ ਆ ਤੇ ਅੱਜ ਉਹ ਤੁਹਾਡੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ। ਕਿੰਨਾ ਸੋਹਣਾ ਹੁੰਦਾ ਜਿਹਨੂੰ ਅਸੀਂ ਪਿਆਰ ਕਰਦੇ ਹਾਂ ਤੇ ਜੇ ਉਹ ਸਾਡੇ ਨਾਲ ਗੱਲਾਂ ਕਰੇ ਤਾਂ ਸਾਡਾ ਬੜਾ ਹੀ ਦਿਲ ਖੁਸ਼ ਹੋ ਜਾਂਦਾ ਹੈ। ਕਈ ਵਾਰੀ ਸਾਡੇ ਦਿਲ ਦੇ ਵਿੱਚ ਇੱਕ ਤੜਫ ਲੱਗੀ ਹੁੰਦੀ ਹੈ ਕਿ ਮੈਂ ਉਹਨੂੰ ਮਿਲ ਲਵਾਂ, ਮੈਂ ਉਹਨੂੰ ਪਿਆਰ ਕਰ ਲਵਾਂ। ਇੱਦਾਂ ਅੱਜ ਆਪਣੇ ਪਿਤਾ ਦੇ ਦਿਲ ਵਿੱਚ ਵੀ ਤੜਫ ਲੱਗੀ ਆ ਕਿ ਉਹ ਆਪਣੇ ਬੱਚਿਆਂ ਨਾਲ ਗੱਲ ਕਰਨੀ ਚਾਹੁੰਦਾ ਹੈ। ਸੋ ਫਿਰ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਤੇ ਪ੍ਰਾਰਥਨਾ ਕਰਦੀ, ਰਿਕੁਐਸਟ ਕਰਦੀ ਹਾਂ ਕਿ ਤੁਸੀਂ ਜ਼ਰੂਰ ਆਹ ਲਿੰਕ ਦੂਜਿਆਂ ਦੇ ਨਾਲ ਸ਼ੇਅਰ ਕਰੋ, ਤਾਂ ਕਿ ਜਿਹੜੀਆਂ ਗੱਲਾਂ ਪਿਤਾ ਪਰਮੇਸ਼ਰ ਤੁਹਾਡੇ ਨਾਲ ਕਰਨੀਆਂ ਚਾਹੁੰਦਾ, ਉਹ ਦੂਜੇ ਲੋਕਾਂ ਨਾਲ, ਜਿਹੜੇ ਉਹਦੇ ਹੋਰ ਲੋਕ ਆ, ਜਿਹੜੇ ਹੋਰ ਉਹਦੇ ਬੱਚੇ ਆ, ਜਿਨ੍ਹਾਂ ਨੂੰ ਉਹ ਬਹੁਤ ਪਿਆਰ ਕਰਦਾ ਆ, ਉਹਨਾਂ ਨਾਲ ਵੀ ਗੱਲ ਕਰਨੀ ਚਾਹੁੰਦਾ। ਪਰ ਇਹ ਤੁਹਾਡੀ ਰਿਸਪੌਂਸਿਬਿਲਟੀ ਆ ਕਿ ਜਿੱਦਾਂ ਅਸੀਂ ਵਚਨ ਵੰਡਦੇ ਹਾਂ, ਤੁਸੀਂ ਪ੍ਰਾਰਥਨਾ ਦੇ ਵਿੱਚ ਜੁੜ ਕੇ ਤੇ ਆਪਣਾ ਲਿੰਕ ਦੂਜਿਆਂ ਨਾਲ ਸ਼ੇਅਰ ਕਰੋ, ਤਾਂ ਕਿ ਤੁਸੀਂ ਵੀ ਆਪਣਾ ਹਿੱਸਾ ਪਾ ਸਕੀ। ਇਹ ਇੱਕ ਜਣੇ ਦਾ ਕੰਮ ਨਹੀਂ ਹੈਗਾ, ਸਾਰਾ ਜਿੱਦਾਂ ਹੱਥ ਆ, ਇਹਦੇ ਵਿੱਚ 4 ਉਂਗਲਾਂ ਤੇ ਇੱਕ ਅੰਗੂਠਾ ਆ, ਫੇਰ ਹੀ ਹੱਥ ਬਣਿਆ ਜਾਂਦਾ ਹੈ। ਤੇ ਸਾਰੇ ਆਪਾਂ ਇਦਾਂ ਹੀ ਇਕੱਠੇ ਰਲ ਕੇ ਹੀ ਕੰਮ ਕਰ ਸਕਦੇ ਹਾਂ। ਇੱਕ ਉਂਗਲੀ ਕੁਛ ਵੀ ਕਰ ਨਹੀਂ ਸਕਦੀ, ਜੇ ਇਹਨੂੰ ਹਟਾ ਦਿਓ ਤਾਂ ਹੱਥ ਪੂਰਾ ਨਹੀਂ ਰਹਿੰਦਾ। ਸੋ ਆਪਾਂ ਸਾਰੇ ਇੱਕ ਹੋ ਕੇ ਇੱਕ ਹੱਥ ਦੀ ਤਰ੍ਹਾਂ ਇਕੱਠਿਆਂ ਨੇ ਕੰਮ ਕਰਨਾ। ਅਸੀਂ ਵਚਨ ਸ਼ੇਅਰ ਕਰਨਾ ਆ, ਤੁਸੀਂ ਲਿੰਕ ਸ਼ੇਅਰ ਕਰਨਾ ਤੇ ਆਉਣ ਤੋਂ ਪਹਿਲਾਂ ਪ੍ਰਾਰਥਨਾਵਾਂ ਕਰਨੀਆਂ, ਮਗਰੋਂ ਗਵਾਹੀਆਂ ਦੇਣੀਆਂ। ਆਮੇਨ। ਤੇ ਪ੍ਰਭੂ ਆਪਾਂ ਸਾਰਿਆਂ ਨੂੰ ਬਲੈਸ ਕਰੇ, ਕਿਉਂਕਿ ਆਪਾਂ ਸਾਰੇ ਉਹਦੇ ਚੁਣੇ ਹੋਏ ਲੋਕ ਹਾਂ। ਤੇ ਮੈਂ
ਇੱਕ ਬਚਨ ਪੜ੍ਹਨ ਲੱਗੀ ਹਾਂ, ਫਿਰ ਉਸ ਤੋਂ ਬਾਅਦ ਆਪਾਂ ਪ੍ਰਾਰਥਨਾ ਕਰਾਂਗੇ। ਤੇ ਜਿਹੜਾ ਇਹ ਬਚਨ ਆ, ਇਹ ਦੂਜੇ ਰਾਜੇ ਓਲਡ ਟੈਸਟਮੈਂਟ ਦੇ ਵਿੱਚ ਆ, ਪੁਰਾਣੇ ਨੇਮ ਦੇ ਵਿੱਚ ਸੈਕੰਡ ਕਿੰਗ, ਉਹਦਾ ਦੂਜੇ ਰਾਜਿਆਂ ਦਾ ਉਹਦਾ ਚੌਥਾ ਚੈਪਟਰ, ਉਹਦੀ 8 ਤੋਂ ਲੈ ਕੇ 16 ਆਇਤ। Amen. ਸੈਕੰਡ ਕਿੰਗ ਚੈਪਟਰ 4 ਵਰਸ 8 till 16। ਠੀਕ ਆ, ਤੇ ਆਪਾਂ ਇਹ ਪੜ੍ਹਦੇ ਹਾਂ ਹੌਲੀ ਹੌਲੀ, ਤੇ ਉਸ ਤੋਂ ਬਾਅਦ ਆਪਾਂ ਜ਼ਰੂਰ ਪ੍ਰਾਰਥਨਾ ਕਰਾਂਗੇ, ਤੇ ਫਿਰ ਆਪਾਂ ਦੇਖਾਂਗੇ ਪ੍ਰਭੂ ਦੇ ਵਚਨ ਪ੍ਰਭੂ ਦੇ ਦਾਸ ਨੂੰ ਕਿੱਦਾਂ ਦਿੰਦੇ ਆ, ਪਵਿੱਤਰ ਆਤਮਾ ਆਪਣਾ ਅਗਵਾਈ ਕਰਦਾ ਹੈ। ਆ ਜਾਓ ਪੜ੍ਹੀਏ। 8ਵੀਂ ਆਇਤ ਪੜ੍ਹਨ ਲੱਗੀ ਹਾਂ। ਇੱਕ ਦਿਨ ਇਉਂ ਹੋਇਆ ਵੀ ਅਲੀਸ਼ਾ ਸ਼ੁਨੇਮ ਵੱਲੋਂ ਦੀ ਹੋ ਕੇ ਲੰਘਿਆ, ਜਿੱਥੇ ਇੱਕ ਮੰਨੀ ਦੰਨੀ ਇਸਤਰੀ ਸੀਗੀ। ਉਹਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕੀਤਾ। ਫਿਰ ਇਉਂ ਹੋਇਆ ਕਿ ਜਦ ਕਦੀ ਉਹ ਉਧਰੋਂ ਦੀ ਲੰਘਦਾ ਸੀ, ਰੋਟੀ ਖਾਣ ਲਈ ਉਧਰੇ ਮੁੜ ਪੈਂਦਾ ਸੀਗਾ। ਵਾਹ! ਤਦ ਉਹਨੇ ਆਪਣੇ ਪਤੀ ਨੂੰ ਆਖਿਆ, ਵੇਖ ਭਈ ਉਹ ਜਿਹੜਾ ਬਹੁਤ ਕਰਕੇ ਸਾਡੇ ਪਾਸਿਓਂ ਲੰਘਦਾ ਹੈ, ਪਰਮੇਸ਼ਰ ਦਾ ਪਵਿੱਤਰ ਜਨ ਜਾਪਦਾ ਹੈ। ਅਸੀਂ ਕੰਧ ਦੇ ਉੱਤੇ ਇੱਕ ਨਿੱਕਾ ਜਿਹਾ ਚੁਬਾਰਾ ਬਣਾਈਏ ਅਤੇ ਉੱਥੇ ਉਸ ਦੇ ਲਈ ਇੱਕ ਮੰਜਾ, ਇੱਕ ਮੇਜ਼, ਇੱਕ ਚੌਂਕੀ ਤੇ ਇੱਕ ਦੁਆਖੀ ਰੱਖੀਏ, ਅਤੇ ਇਉਂ ਹੋਵੇਗਾ ਕਿ ਜਦ ਉਹ ਸਾਡੇ ਕੋਲ ਆਵੇ ਤਾਂ ਉੱਥੇ ਰਹਿ ਸਕੂਗਾ। ਇੱਕ ਦਿਨ ਇਉਂ ਹੋਇਆ ਵੀ ਉਹ ਉੱਧਰ ਆਇਆ ਅਤੇ ਉਸ ਚੁਬਾਰੇ ਵਿੱਚ ਜਾ ਕੇ ਉੱਥੇ ਹੀ ਲੇਟਿਆ। ਤਦ ਉਸਨੇ ਆਪਣੇ ਬਾਲਕੇ ਗਿਹਾਜੀ ਨੂੰ ਆਖਿਆ, ਇਸ ਸ਼ੁਨਮੀ ਤੀਵੀ ਨੂੰ ਸੱਦ। ਤਾਂ ਉਸਨੇ ਉਹਨੂੰ ਸੱਦਿਆ ਤੇ ਉਹ ਉਸਦੇ ਅੱਗੇ ਖਲੋ ਗਈ। ਉਸਨੇ ਬਾਲਕੇ ਨੂੰ ਕਿਹਾ ਵੀ ਉਸ ਨੂੰ ਆਖ ਕਿ ਵੇਖ, ਤੂੰ ਜੋ ਐਡੇ ਗੌਰ ਦੇ ਨਾਲ ਸਾਡੀ ਸਾਰ ਲੈਂਦੀ ਰਹੀ, ਤੇਰੇ ਲਈ ਕੀ ਕੀਤਾ ਜਾਵੇ? ਕੀ ਅਸੀਂ ਪਾਤਸ਼ਾਹ ਜਾਂ ਸੈਨਾਪਤੀ ਨਾਲ ਤੇਰੇ ਨਮਿਤ ਗੱਲ ਕਰੀਏ? ਪਰ ਉਹ ਬੋਲੀ, ਮੈਂ ਤਾਂ ਆਪਣੇ ਹੀ ਲੋਕਾਂ ਦੇ ਵਿਚਕਾਰ ਵਸਦੀ ਹਾਂ। ਫਿਰ ਉਸਨੇ ਕਿਹਾ, ਤੂੰ ਉਹਦੇ ਲਈ ਕੀ ਕੀਤਾ ਜਾਵੇ? ਤਾਂ ਉਹਦੇ ਲਈ ਕੀ ਕੀਤਾ ਜਾਵੇ? ਅੱਗੋਂ ਗਿਹਾਜੀ ਬੋਲਿਆ, ਸੱਚਮੁੱਚ ਉਹਦੇ ਕੋਈ ਪੁੱਤਰ ਨਹੀਂ ਹੈ ਅਤੇ ਉਹਦਾ ਪਤੀ ਬਿਰਧ ਹੈ। ਤਾਂ ਉਸਨੇ ਕਿਹਾ, ਉਹਨੂੰ ਸੱਦ। ਸੋ ਉਸਨੇ ਉਹਨੂੰ ਸੱਦਿਆ ਤੇ ਉਹ ਬੂਹੇ ਵਿੱਚ ਆਣ ਖਲੋਤੀ। ਤਦ ਉਹ ਬੋਲਿਆ, ਐਸੇ ਰੁੱਤੇ ਬਸੰਤ ਦੀਆਂ ਦਿਨਾਂ ਦੇ ਨੇੜੇ ਤੇੜੇ ਤੇਰੇ ਕੁੱਛੜ ਪੁੱਤਰ ਹੋਵੇਗਾ। ਉਹ ਬੋਲੀ, ਨਹੀਂ ਮੇਰੇ ਸੁਆਮੀ, ਪਰਮੇਸ਼ਰ ਦੇ ਜਨ, ਆਪਣੀ ਟਹਿਲਣ ਦੇ ਨਾਲ ਝੂਠ ਨਾ ਬੋਲ। ਪਰਮੇਸ਼ਰ ਇਸ ਬਚਨ ਦੇ ਉੱਤੇ ਬਰਕਤ ਪਾਉਣ। Amen. ਆ ਜਾਓ Amen. ਆਪਾਂ ਆਪਣੇ ਸਿਰਾਂ ਨੂੰ ਝੁਕਾਉਂਦੇ ਹਾਂ ਤੇ ਆਪਾਂ ਪ੍ਰਾਰਥਨਾ ਕਰਦੇ ਹਾਂ। ਸੱਚੇ ਪਿਤਾ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ, ਜਿੱਦਾਂ ਅਸੀਂ ਪਹਿਲਾਂ ਹੀ ਕਿਹਾ ਕਿ ਤੁਸੀਂ ਸਾਨੂੰ ਬਹੁਤ ਸੋਹਣੀ ਜ਼ਿੰਦਗੀ, ਬਹੁਤ ਸੋਹਣੀ ਦੁਨੀਆ ਦਿੱਤੀ ਹੈ, ਜਿਹੜੀ ਬਹੁਤ ਰੰਗ ਬਰੰਗੀ ਆ, ਬਹੁਤ ਸਾਰੀਆਂ ਖੂਬਸੂਰਤਾਂ ਚੀਜ਼ਾਂ ਸਾਡੇ ਲਈ ਬਣਾਈਆਂ, ਜਿਹੜੀਆਂ ਅਸੀਂ ਉਹਨਾਂ ਨੂੰ ਦੇਖ ਕੇ ਆਨੰਦ ਮਾਣ ਸਕਦੇ ਹਾਂ ਔਰ ਇਸ ਜੀਵਨ ਦੇ ਵਿੱਚ ਤੁਹਾਡੀਆਂ ਵਡਿਆਈਆਂ ਦੇ ਨਾਲ ਭਰ ਸਕਦੇ ਹਾਂ। ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੇ ਦਿਨ ਵਾਸਤੇ, ਅੱਜ ਦੇ ਬਚਨ ਵਾਸਤੇ, ਔਰ ਧੰਨਵਾਦ ਕਰਦੀ ਹਾਂ ਪਿਤਾ ਪ੍ਰਭੂ ਜੀ ਤੁਹਾਡਾ, ਜੋ ਤੁਸੀਂ ਸਾਡੇ ਨਾਲ ਜਿਹੜਾ ਟੁੱਟਾ ਰਿਸ਼ਤਾ ਸੀ, ਯਿਸੂ ਮਸੀਹ ਨੂੰ ਭੇਜ ਕੇ ਸਾਡਾ ਆਪਣੇ ਨਾਲ ਜੋੜ ਲਿਆ, ਤਾਂ ਕਿ ਅਸੀਂ ਤੁਹਾਡੇ ਧੀਆਂ ਪੁੱਤਰ ਬਣ ਸਕੀਏ। ਧੰਨਵਾਦ ਕਰਦੇ ਹਾਂ ਯਿਸੂ ਮਸੀਹ ਜੀ ਦਾ, ਜਿਨ੍ਹਾਂ ਨੇ ਤੁਹਾਡੇ ਆਖੇ ਲੱਗ ਕੇ ਸਾਡੇ ਵਾਸਤੇ ਕੁਰਬਾਨੀ ਦੇ ਦਿੱਤੀ। ਸਾਡੇ ਕ੍ਰਾਸ ਦੇ ਉੱਤੇ ਸਾਡੇ ਸਾਰੇ ਪਾਪ ਆਪਣੇ ਬੋਡੀ ਦੇ ਉੱਤੇ ਚੱਕ ਲੈ ਤੇ ਸਾਨੂੰ ਫ੍ਰੀ ਕੀਤਾ ਪਾਪ ਤੋਂ। ਸਾਡੇ ਵਾਸਤੇ ਕੋੜੇ ਖਾਦੇ ਔਰ ਉਹਨਾਂ ਦੀ ਮਾਰ ਖਾਣ ਦੇ ਨਾਲ ਅਸੀਂ ਨਿਰੋਏ ਕੀਤੇ ਗਏ। ਸੋ ਅਸੀਂ ਪ੍ਰਭੂ ਜੀ ਤੁਹਾਡਾ ਵੀ ਧੰਨਵਾਦ ਤੇ ਸ਼ੁਕਰ ਕਰਦੇ ਹਾਂ, ਔਰ ਧੰਨਵਾਦ ਕਰਦੇ ਜਾਣ ਲੱਗਿਆਂ ਯਿਸੂ ਮਸੀਹ ਨੇ ਕਿਹਾ, ਦੇਖੋ ਮੈਂ ਤੁਹਾਨੂੰ ਅਨਾਥ ਨਹੀਂ ਛੱਡਦਾ, ਪਰ ਮੈਂ ਤੁਹਾਡੇ ਵਾਸਤੇ ਇੱਕ ਮਦਦਗਾਰ ਭੇਜਦਾ, ਉਹ ਹੈਗਾ ਪਵਿੱਤਰ ਆਤਮਾ। ਸੋ ਅਸੀਂ ਪਵਿੱਤਰ ਆਤਮਾ ਜੀ ਦਾ ਵੀ ਧੰਨਵਾਦ ਕਰਦੇ, ਜੋ ਸਾਡੇ ਨਾਲ ਰਹਿੰਦੇ ਆ, ਸਾਨੂੰ ਗਾਈਡ ਕਰਦੇ, ਜਿੱਥੇ ਸਾਨੂੰ ਮਦਦ ਦੀ ਲੋੜ ਆ ਉਹ ਮਦਦ ਕਰਦੇ ਆ। ਧੰਨਵਾਦ ਕਰਦੇ ਸਵਰਗ ਦੂਤਾਂ ਵਾਸਤੇ, ਜੋ ਹਰ ਵੇਲੇ ਸਾਡੀ ਰਾਖੀ ਕਰਦੇ, ਜਦੋਂ ਅਸੀਂ ਪਰਮੇਸ਼ਰ ਦਾ ਵਚਨ ਬੋਲਦੇ ਹਾਂ ਤੇ ਉਹ ਕੰਮ ਪੂਰੇ ਕਰਨ ਜਾਂਦੇ ਆ। ਸੋ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਤੇ ਤੁਹਾਡੀ ਵਡਿਆਈ, ਤੁਹਾਡੀ ਮਹਿਮਾ ਕਰਦੇ ਹਾਂ ਔਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਜੋ ਵੀ ਬਚਨ ਅਸੀਂ ਪੜ੍ਹੇ ਆ ਜਾਂ ਹੁਣ ਗਾਹਾਂ
ਸੋਚਣੇ ਆ, ਪੜ੍ਹਨੇ ਆ, ਸਮਝਾਉਣੇ ਆ। ਪ੍ਰਭੂ ਜੀ ਆਪਣੀ ਬੁੱਧ ਰਕਲ, ਆਪਣਾ ਮਸਾ ਸਾਡੇ ਤੇ ਭੇਜਿਓ ਕਿ ਬੋਲਣ ਵਾਲੇ ਅਸੀਂ ਨਹੀਂ, ਪਰ ਤੁਹਾਡਾ ਪਵਿੱਤਰ ਆਤਮਾ ਜਿਹੜਾ ਸਾਡਾ ਮਦਦਗਾਰ ਵਾ, ਉਹ ਸਾਡੇ ਵਿੱਚ ਦੀ ਹੋ ਕੇ ਬੋਲ ਸਕੇ ਤੇ ਅਸੀਂ ਤੁਹਾਡੀ ਆਵਾਜ਼ ਹੀ ਬੋਲੀਏ, ਜਿਹੜੇ ਤੁਹਾਡੇ ਵਚਨ ਆ ਉਹ ਹੀ ਬੋਲੀਏ, ਕਿਉਂਕਿ ਇਹਨਾਂ ਬਚਨਾਂ ਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਸ਼ਾਂਤੀ ਆਉਂਦੀ ਆ ਤੇ ਇਹਨਾਂ ਬਚਨਾਂ ਦੇ ਨਾਲ ਹੀ ਸਾਨੂੰ ਸਿੱਧੇ ਰਾਹ ਦਾ ਪਤਾ ਲੱਗਦਾ। ਇਹਨਾਂ ਬਚਨਾਂ ਦੇ ਨਾਲ ਹੀ ਸਾਨੂੰ ਜੀਵਨ ਮਿਲਦਾ ਤੇ ਸਾਡੇ ਜੀਵਨ ਦੇ ਵਿੱਚ ਤੁਹਾਡੇ ਕੰਮ ਹੁੰਦੇ ਆ, ਤੁਹਾਡੀ ਕ੍ਰੀਏਸ਼ਨ ਦੀ ਸਮਝ ਲੱਗਦੀ ਹੈ। ਸੋ ਆਓ ਪਿਤਾ ਪ੍ਰਭੂ ਜੀ, ਤੁਸੀਂ ਸਾਡੀ ਮਦਦ ਤੇ ਸਹਾਇਤਾ ਕਰੋ। ਜਿੰਨਾ ਵੀ ਟਾਈਮ ਅਸੀਂ ਇਸ ਵੇਲੇ ਹੋਈਏ, ਤੁਹਾਡੀ ਅਨੋਇੰਟਿੰਗ ਕੱਲੇ ਕੱਲੇ ਤੇ ਜਾਵੇ। ਤੁਹਾਡਾ ਵਚਨ ਜਿੰਨੇ ਵੀ ਅੱਜ ਸੁਣ ਰਹੇ ਆ ਉਹਨਾਂ ਦੇ ਉੱਤੇ ਵੀ ਪ੍ਰਭੂ ਆਪਣੀ ਕਿਰਪਾ ਕਰਨੀ, ਉਹਨਾਂ ਦੇ ਦਿਲਾਂ ਦੇ ਵਿੱਚ ਤੁਹਾਡਾ ਹੀ ਵਚਨ ਕੰਮ ਕਰਨ ਔਰ ਉਸ ਧਰਤੀ ਤੇ ਡਿਗੇ ਜਿੱਥੇ ਕੋਈ ਚੋਰ ਚੋਰੀ ਕਰਕੇ ਨਾ ਲੈ ਕੇ ਜਾ ਸਕੇ। ਸੋ ਪਿਤਾ ਪ੍ਰਭੂ ਜੀ, ਅਸੀਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਇਹ ਵਚਨ 60 ਗੁਣਾ 100 ਗੁਣਾ ਫਲ ਵਾਲਾ ਹੋਵੇ। ਅਸੀਂ ਇਹ ਸਭ ਕੁਝ ਆਪਣੇ ਪ੍ਰਭੂ ਯਿਸੂ ਮਸੀਹ ਜਿਹੜਾ ਸਾਡਾ ਮੁਕਤੀਦਾਤਾ ਹੈ, ਉਹਨਾਂ ਦੇ ਨਾਂ ਦੇ ਵਿੱਚ ਆਪਣੇ ਪਿਤਾ ਕੋਲੋਂ ਜਿਹੜੇ ਸਵਰਗਾਂ ਦੇ ਵਿੱਚ ਆ ਉਹਨਾਂ ਕੋਲੋਂ ਮੰਗਦੇ ਹਾਂ। ਆਮੇਨ। Amen. Amen. Hallelujah. ਬਾਕੀ ਦੀ ਮੀਟਿੰਗ ਆਪਾਂ ਪਾਸਟਰ ਜੀ ਦੇ ਹੱਥ ਵਿੱਚ ਦਿੰਨੇ ਆ ਤੇ ਆਪਾਂ ਪ੍ਰਾਰਥਨਾ ਕਰਦੇ ਹਾਂ। ਔਰ ਫਿਰ ਮੈਂ ਤੁਹਾਡੇ ਅੱਗੇ ਰਿਕੁਐਸਟ ਕਰਦੀ ਕਿ ਤੁਸੀਂ ਜ਼ਰੂਰ ਸ਼ੇਅਰ ਕਰੋ। ਤੁਸੀਂ ਕਰਦੇ ਵੀ ਹੈਗੇ ਆ, ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਔਰ ਇੱਕ ਗੱਲ ਹੋਰ ਆ ਕਿ ਅਸੀਂ ਸੱਚੀ ਇਸ ਚੀਜ਼ ਦੇ ਵਿੱਚ ਇੰਨੇ ਗੁੱਡ ਨਹੀਂ ਹੈਗੇ ਕਿ ਅਸੀਂ ਤੁਹਾਨੂੰ ਜਦੋਂ ਮੈਸੇਜ ਚੱਲਦਾ ਆ ਅਸੀਂ ਤੁਹਾਨੂੰ ਰਿਪਲਾਈ ਕਰ ਸਕੀਏ। ਜੇ ਨਹੀਂ ਵੀ ਕਰਦੇ ਇਹਦਾ ਮਤਲਬ ਇਹ ਨਹੀਂ ਅਸੀਂ ਤੁਹਾਨੂੰ ਇਗਨੋਰ ਕਰਦੇ ਹਾਂ, ਇਹਦਾ ਮਤਲਬ ਇਹ ਆ ਅਸੀਂ ਇਸ ਹਿੱਸੇ ਦੇ ਵਿੱਚ ਇੰਨੇ ਗੁੱਡ ਨਹੀਂ ਹੈਗੇ, ਸਾਡੇ ਕੋਲ ਇਹ ਚੀਜ਼ ਨਹੀਂ ਹੈਗੀ ਕਿ ਅਸੀਂ ਤੁਹਾਨੂੰ ਰਿਪਲਾਈ ਉਦੋਂ ਕਰ ਸਕੀਏ। ਪਰ ਅਸੀਂ ਤੁਹਾਡੀ ਬਹੁਤ ਅਪਰੀਸ਼ੀਏਟ ਤੁਹਾਨੂੰ ਕਰਦੇ ਹਾਂ। ਤੁਹਾਡੀ ਹਜ਼ੂਰੀ ਵਾਸਤੇ, ਤੁਹਾਡੇ ਜੀ ਆਇਆਂ ਨੂੰ ਕਹਿੰਦੇ, ਤੁਹਾਡੇ ਟਾਈਮ ਵਾਸਤੇ ਬਹੁਤ ਧੰਨਵਾਦ ਕਰਦੇ ਹਾਂ। ਆਮੇਨ। Amen. Amen. Praise the Lord. ਯੈਸ। Okay. ਕਈ ਹਫ਼ਤਿਆਂ ਤੋਂ ਆਪਾਂ ਇੱਕ ਸਿੱਖਦੇ ਆਏ ਹਾਂ ਜੋ ਪ੍ਰਭੂ ਨੇ ਇਸ ਸਾਲ ਵਿੱਚ ਮੈਨੂੰ ਕਿਹਾ ਸੀਗਾ, ਜਾਂ ਮੈਂ ਬਲੀਵ ਕਰਦਾ, ਨੇਚਰ ਰੱਖਦਾ ਵੀ ਇਸ ਸਾਲ ਦੇ ਵਿੱਚ ਬਹੁਤ ਮਿਰਕਲਸ ਹੋਈਆਂ ਆ। ਤੇ ਇਹ ਜਿਹੜਾ ਸੁਨੇਹਾ ਆ ਮੈਂ ਜਿੰਨੇ ਵੀ ਸੁਣਦੇ ਆ ਉਹਨਾਂ ਦੇ ਕੋਲ ਪਹੁੰਚਾਉਣਾ ਆ। ਜਿੰਨੇ ਵੀ ਇਸ ਵੇਲੇ ਮੈਨੂੰ ਸੁਣ ਰਹੇ ਸਾਰਿਆਂ ਨੂੰ ਮਿਰਕਲਸ ਦੀ ਲੋੜ ਆ। ਕਈਆਂ ਨੂੰ ਸਾਲ ਵੇਟ ਹੋ ਗਈ ਕਰਦਿਆਂ ਨੂੰ, ਕਈਆਂ ਨੂੰ 2 ਸਾਲ ਹੋ ਗਏ, ਕਈਆਂ ਨੂੰ 5, 10, 20 ਸਾਲ ਵੀ ਹੋ ਗਏ ਆ, ਪਰ ਹਲੇ ਉਹਨਾਂ ਦੀ ਮਿਰਕਲ ਨਹੀਂ ਆਈ ਹੈਗੀ। ਪਰ ਆਪਾਂ ਇਸ ਤਰ੍ਹਾਂ ਸਿਖਾਉਂਦੇ ਹਾਂ ਬਈ ਤੁਹਾਡੀ ਜਿਹੜੀ ਮਿਰਕਲ ਆ ਇਸ ਸਾਲ ਦੇ ਵਿੱਚ ਇੱਕ ਨਹੀਂ, ਜਿੰਨੀਆਂ ਵੀ ਤੁਹਾਨੂੰ ਮਿਰਕਲਸ ਚਾਹੀਦੀਆਂ ਉਹ ਸਾਰੀਆਂ ਇਸ ਵੇਲੇ ਆਉਣ। ਇਸ ਕਰਕੇ ਆਪਾਂ ਸਿੱਖਿਆ ਦਿੰਦੇ ਹਾਂ ਤੁਸੀਂ ਉਸ ਮਿਰਕਲ ਵਾਸਤੇ ਤਿਆਰੀ ਕਿੱਦਾਂ ਕਰ ਸਕਦੇ ਆ, ਰਸਤਾ ਕਿੱਦਾਂ ਖੋਲ ਸਕਦੇ ਆ ਤੇ ਬਹੁਤ ਛੇਤੀ ਤੁਹਾਡੇ ਕੋਲ ਕਿੱਦਾਂ ਆ ਸਕਦੀ ਆ। ਇਹ ਆਪਣਾ ਆਈਡੀਆ, ਇਹ ਇਸ ਚੀਜ਼ ਵਾਸਤੇ ਆਪਾਂ ਸਿੱਖਿਆ ਦੇ ਰਹੇ ਹਾਂ। ਸੋ ਇਸ ਕਰਕੇ ਧਿਆਨ ਦੇ ਨਾਲ ਸੁਣਨਾ। ਤਾਂ ਜੇ ਤੁਸੀਂ ਅੱਗੇ ਮੈਸੇਜਸ ਮਿਸ ਕਰ ਗਏ, ਤੁਸੀਂ ਫੇਰ ਮੁੜ ਕੇ ਦੇਖ ਸਕਦੇ ਆ। ਪਿਛਲੇ 4 ਮੈਸੇਜ ਜਿਹੜੇ ਸੀਗੇ ਉਹ ਸਾਰੇ ਇਹ ਆਪਾਂ ਸਿੱਖਦੇ ਸੀਗੇ ਬਈ ਅਸੀਂ ਮਿਰਕਲਸ ਆਪਣੇ ਜੀਵਨ 'ਚ ਕਿੱਦਾਂ ਪਾ ਸਕਦੇ ਹਾਂ। ਜਿਹੜੀਆਂ ਅਣਹੋਣੀਆਂ ਚੀਜ਼ਾਂ ਆ ਉਹ ਸਾਡੇ ਜੀਵਨ 'ਚ ਕਿੱਦਾਂ ਹੋ ਸਕਦੀਆਂ। ਸੋ ਇਹਦੇ ਬਾਰੇ ਆਪਾਂ ਦੇਖਦੇ ਆਏ ਤੇ ਅੱਜ ਵੀ ਉਹਦੇ ਬਾਰੇ ਦੇਖਣਾ ਆ। ਸੋ ਜਿਹੜੀ ਤੁਹਾਡੀ ਮਿਰਕਲ ਹੈ ਤੁਸੀਂ ਉਹਦੇ ਵਾਸਤੇ ਤਿਆਰੀ ਕਰ ਸਕੋ ਤੇ ਉਹ ਪਾ ਸਕੋ। ਬਾਈਬਲ ਕਹਿੰਦੀ ਆ ਨੇਚਾ ਆਉਂਦੀ ਸੁਣਨ ਪ੍ਰਭੂ ਦੇ ਬਚਨ ਦੇ। ਜਦੋਂ ਅਸੀਂ ਤੁਹਾਨੂੰ ਬਚਨ ਸੁਣਾਉਂਦੇ ਆ ਤੇ ਤੁਹਾਡੇ ਅੰਦਰ ਨੇਚਾ ਆਉਣ ਲੱਗ ਪੈਂਦੀ ਆ ਤੇ ਤੁਸੀਂ ਯਕੀਨ ਰੱਖਣ ਲੱਗ ਸਕਦੇ ਆ ਵੀ ਮੇਰੇ ਵਾਸਤੇ ਵੀ ਹੋ ਸਕਦਾ ਹੈ। ਸੋ ਇਹ ਸਾਡਾ ਮੋਟਿਵ ਹੈ, ਇਹ ਸਾਡਾ ਖਿਆਲ ਆ, ਅਸੀਂ ਤੁਹਾਡੇ ਤੇ ਇਹ ਸੁਨੇਹਾ ਪਹੁੰਚਾ ਸਕੀਏ। ਆਮੇਨ। ਸੋ ਇੱਥੇ ਜੋ ਸੁਰਿੰਦਰ ਨੇ ਆਪਾਂ ਨੂੰ ਪੜ੍ਹ ਕੇ ਸੁਣਾਇਆ ਇਹ ਹੈਗਾ ਆ ਦੂਸਰੇ ਰਾਜੇ ਤੇ ਉਹਦੀ 4 ਚੈਪਟਰ ਦੇ ਵਿੱਚੋਂ 8 ਆਇਤ ਤੋਂ ਲਾ ਕੇ 16 ਆਇਤ ਤੱਕ ਸੁਰਿੰਦਰ ਨੇ ਆਪਾਂ ਨੂੰ ਪੜ੍ਹ ਕੇ ਕਹਾਣੀ ਸੁਣਾਈ ਆ। ਇੱਥੇ ਇੱਕ ਔਰਤ ਆ ਜਿਹਨੂੰ ਸ਼ੁਨਮਾਈਟ ਸਾਦੇ ਆ ਤੇ ਸ਼ੁਨਮਾ ਸੀਗਾ ਜਿਹੜਾ ਏਰੀਆ ਦਾ ਨਾਂ ਸੀਗਾ ਤੇ ਉਹ ਕਰਕੇ ਉਸ ਏਰੀਆ ਵਿੱਚ ਰਹਿਣ ਵਾਲੀ ਸੀ, ਉਹਨੂੰ ਸ਼ੁਨਮਾਈਟ ਵੂਮਨ ਸਾਦੇ ਸੀ। ਓਕੇ, ਉਹਦਾ ਨਾਂ ਨਹੀਂ ਦੱਸਿਆ ਜਾਂਦਾ ਹੈਗਾ ਕੌਣ ਸੀ ਉਹ, ਪਰ ਜਿੱਦਾਂ ਆਪਾਂ ਕਹਿ ਦਿੰਦੇ ਆ, ਆਪਾਂ ਕਹਿ ਸਕਦੇ ਹਾਂ ਬਈ ਉਹ ਪੰਜਾਬੀ ਸੀ। ਓਕੇ, ਇੱਦਾਂ ਹੀ ਉਹ ਵੈਸੇ ਸ਼ੁਨਮਾਈਟ ਸੀਗੀ। ਓਕੇ, ਪਰ ਇੱਦਾਂ ਨਹੀਂ ਦੱਸਿਆ ਵੀ ਕੀ ਉਹਦਾ ਨਾਂ ਸੀਗਾ, ਕਿੱਥੋਂ ਸੀ ਜਾਂ ਕੀ ਹੋਰ ਕਿੱਦਾਂ ਸੀਗਾ। ਇੱਦਾਂ ਪਤਾ ਵੀ ਉਹ ਸ਼ੁਨਮਾਈਟ ਏਰੀਆ ਦੇ ਵਿੱਚੋਂ ਸੀਗੀ। ਸੋ ਇੱਥੇ ਆਪਾਂ ਦੇਖਦੇ ਹਾਂ ਇੱਕ ਪ੍ਰਭੂ ਦਾ ਨਬੀ ਜਿਹਦਾ ਨਾਂ ਹੈਗਾ ਆ ਇਲਾਇਸ਼ਾ।
ਉਹ ਉਸ ਏਰੀਆ ਦੇ ਵਿੱਚ ਇਜ਼ਰਾਈਲ ਦੇ ਵਿੱਚ ਗੇੜਾ ਕਰਦਾ ਆ ਤੇ ਉਹ ਸਾਰੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾ ਕੇ ਪ੍ਰਚਾਰ ਕਰਦਾ, ਪ੍ਰਭੂ ਦੇ ਬਾਰੇ ਦੱਸਦਾ ਆ। ਤੇ ਕਿੰਨੇ ਚਿਰ ਬਾਅਦ ਉਹਦੀ ਵਾਰੀ ਆਉਂਦੀ ਆ, ਇਹਨਾਂ ਦੇ ਸ਼ਹਿਰ ਵਿੱਚ ਵੀ ਆਉਂਦਾ ਆ। ਤੇ ਜਦੋਂ ਇਸ ਔਰਤ ਨੇ ਦੇਖਿਆ ਵੀ ਇੱਥੇ ਆਉਂਦਾ ਆ, ਉਹਦੇ ਕੋਲ ਕੋਈ ਰਹਿਣ ਨੂੰ ਜਗ੍ਹਾ ਹੈ ਨਹੀਂ, ਤੇ ਹੋ ਸਕਦਾ ਉਹ ਕਿਸੇ ਤੰਬੂ ਦੇ ਵਿੱਚ ਜਾਂ ਕਿਤੇ ਬਾਹਰ ਸੌਂਦੇ ਹੋਣਗੇ। ਤੇ ਕਰਕੇ ਆਪਾਂ ਮੁਲਕ ਗਰਮ ਸੀਗਾ, ਜਿੱਦਾਂ ਆਪਣਾ ਇੰਡੀਆ ਮੁਲਕ ਗਰਮ ਆ, ਤੇ ਉਸ ਜ਼ਮਾਨੇ 'ਚ ਬਾਹਰ ਵੀ ਸੌਂ ਲੈਂਦੇ ਸੀ। ਤੇ ਉਹਨੇ ਸੋਚਿਆ ਬਈ ਬਹੁਤ ਵਧੀਆ ਜਗ੍ਹਾ ਹੋਊਗੀ, ਬਹੁਤ ਵਧੀਆ ਟਾਈਮ ਹੋਊਗਾ, ਜੋ ਆਈਡੀਆ ਹੋਊਗਾ। ਆਪਣੇ ਹਸਬੈਂਡ ਨੂੰ ਕਹਿਣ ਲੱਗੀ, ਕਹਿੰਦੀ ਆਪਾਂ ਇੱਕ ਕਮਰਾ ਬਣਾ ਦਈਏ ਉਹਦੇ ਵਾਸਤੇ, ਫਿਰ ਜਦੋਂ ਵੀ ਇੱਧਰ ਨੂੰ ਆਇਆ ਕਰੂਗਾ ਉਸ ਕਮਰੇ ਦੇ ਵਿੱਚ ਰਹਿ ਸਕਦਾ ਆ। ਉਹਦਾ ਹਸਬੈਂਡ ਕਹਿੰਦਾ ਠੀਕ ਆ ਵੀ ਇੱਦਾਂ ਹੀ ਕਰ ਲੈਂਦੇ ਆ। ਤੇ ਉਹਨੇ ਇੱਕ ਕਮਰਾ ਉਹਦੇ ਵਾਸਤੇ ਬਣਾਇਆ ਤੇ ਉਹਦੇ ਵਿੱਚ ਫਰਨੀਚਰ ਵੀ ਪਾਇਆ। ਤੇ ਜਦੋਂ ਫਿਰ ਨੈਕਸਟ ਟਾਈਮ ਆਇਆ ਤਾਂ ਦੱਸਿਆ ਵੀ ਜਦੋਂ ਵੀ ਤੁਸੀਂ ਇੱਧਰ ਨੂੰ ਲੰਘਣਾ, ਜਦੋਂ ਵੀ ਤੁਸੀਂ ਇੱਧਰ ਆਉਣਾ, ਇੱਥੇ ਆ ਕੇ ਰਹਿਣਾ ਆ, ਇਹ ਤੁਹਾਡਾ ਕਮਰਾ ਆ। ਤੇ ਉਹ ਬਹੁਤ ਖੁਸ਼ ਆ ਬਈ ਅੱਗੇ ਉਹਨਾਂ ਨੂੰ ਕੋਈ ਜਗ੍ਹਾ ਟੋਰਣੀ ਪੈਂਦੀ ਸੀਗੀ, ਜਾਂ ਉਹਨਾਂ ਨੂੰ ਬਾਹਰ ਸੌਣਾ ਪੈਂਦਾ ਸੀ, ਜਾਂ ਉਹਨਾਂ ਨੂੰ ਕੋਈ, ਪਰ ਹੁਣ ਉਹਨਾਂ ਨੂੰ ਸਭ ਕੁਝ ਮਿਲਦਾ ਆ। ਸੋ ਉਹਦੇ ਵਿੱਚ ਉਹ ਬਹੁਤ ਖੁਸ਼ ਆ। ਤੇ ਇੱਕ ਦਿਨ ਉਹ ਆਪਣੇ ਚੇਲੇ ਗੇਜੀ ਨੂੰ ਕਹਿੰਦਾ ਆ, ਉਹ ਕਹਿੰਦਾ ਵੀ ਜਾ ਕਹਿੰਦਾ ਉਹ ਔਰਤ ਨੂੰ ਸੱਦ ਕੇ ਲਿਆ। ਤੇ ਉਹਨੂੰ ਸੱਦ ਕੇ ਲਿਆਂਦਾ ਤੇ ਉਹਨੂੰ ਕਹਿੰਦਾ ਬੀਬੀ ਦੱਸ ਬਈ ਅਸੀਂ ਤੁਹਾਡੇ ਵਾਸਤੇ ਕੀ ਕਰ ਸਕਦੇ ਹਾਂ। ਆਪਾਂ ਕਹਿ ਸਕਦੇ ਵੀ ਦੱਸ ਮੈਂ ਕਿਹੜੀ ਚੀਜ਼ ਵਾਸਤੇ ਤੇਰੇ ਵਾਸਤੇ ਪ੍ਰੇ ਕਰਾਂ ਵੀ ਜਿਹੜੀ ਤੈਨੂੰ ਚਾਹੀਦੀ ਆ। ਉਹ ਕਹਿੰਦੀ ਗੁਰੂ ਜੀ ਜਾਂ ਸਿੱਖਿਆ ਦੇਣੇ ਵਾਲੇ ਜੀ, ਅਸੀਂ ਹਨਾ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਜ਼ਰੂਰ ਉਹ ਲੇਡੀ ਧਨੀ ਸੀਗੀ। ਉਹ ਕਹਿੰਦੀ ਮੈਂ ਆਪਣੇ ਲੋਕਾਂ ਦੇ ਵਿੱਚ ਵੱਸ ਰਹੀ ਹਾਂ, ਸਾਰੀਆਂ ਚੀਜ਼ਾਂ ਠੀਕ ਆ ਤੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ। ਤੇ ਜਿਹੜਾ ਨਬੀ ਸੀ ਕਰਕੇ ਉਹ ਬਹੁਤ ਮਸ਼ਹੂਰ ਸੀਗਾ, ਉਹਦੀ ਰਾਜੇ ਤੱਕਰ ਵੀ ਫਰਜ਼ਾਦ ਚੱਲਦੀ ਸੀਗੀ। ਜਿਹੜਾ ਸੀਗਾ ਫੌਜ ਦੇ ਉੱਪਰ ਸੀ, ਉਹਨੂੰ ਵੀ ਜਾਣਦਾ ਸੀਗਾ। ਕਹਿੰਦਾ ਮੈਂ ਉਹਨਾਂ ਤੋਂ ਜੋ ਕੋਈ ਕੰਮ ਤੈਨੂੰ ਕਰਾਉਣ ਦੀ ਜ਼ਰੂਰਤ ਹੈ ਮੈਂ ਉਹ ਤੋਂ ਕਰਾ ਸਕਦਾ। ਉਹ ਕਹਿੰਦੇ ਨਹੀਂ ਜੀ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਇੰਨੀ ਕਹਿ ਕੇ ਉਹ ਚੱਲ ਜਾਂਦੀ ਆ। ਪਰ ਰੱਬ ਦੇ ਆਦਮੀ ਦੇ ਵਿੱਚ ਹੱਲੇ ਵੀ ਦਿਲ ਵਿੱਚ ਹੈਗਾ ਆ, ਇਹਨੇ ਸਾਡੇ ਵਾਸਤੇ ਇੰਨਾ ਕੁਛ ਕੀਤਾ, ਪਰਮੇਸ਼ਰ ਵਾਸਤੇ ਆਪਾਂ ਕਹਿ ਸਕਦੇ ਹਾਂ, ਪਰਮੇਸ਼ਰ ਵਾਸਤੇ ਇੰਨਾ ਕੀਤਾ, ਉਹਦੇ ਸੇਵਕਾਂ ਵਾਸਤੇ ਕੰਮ ਈਜ਼ੀ ਕਰ ਦਿੱਤਾ ਆ। ਹੋ ਸਕਦਾ ਲੋਕਾਂ ਨੂੰ ਵੀ ਸੁਨੇਹਾ ਭੇਜ ਦਿੰਦੀ ਹੋਵੇ ਜਦੋਂ ਆਉਂਦੇ ਹੋਣ, ਤੇ ਸਾਨੂੰ ਵੀ ਕੁਛ ਕਰਨਾ ਚਾਹੀਦਾ ਹੈ। ਉਹ ਫਿਰ ਆਪਣੇ ਚੇਲੇ ਨੂੰ ਪੁੱਛਦਾ, ਗੇਜੀ ਨੂੰ, ਕਹਿੰਦਾ ਗੇਜੀ ਵੀ ਇਹਦੇ ਵਾਸਤੇ ਆਪਾਂ ਕੀ ਕਰ ਸਕਦੇ ਹਾਂ। ਉਹ ਕਹਿੰਦਾ ਇਸ ਔਰਤ ਦੇ ਕੋਲ ਔਲਾਦ ਹੈ ਨਹੀਂ, ਇਹਦੇ ਕੋਲ ਕੋਈ ਬੱਚਾ ਹੈ ਨਹੀਂ। ਤੇ ਸੱਚੀ ਉਹਦਾ ਆਦਮੀ ਸਿਆਣਾ ਸੀ, ਤੇ ਉਹ ਆਪ ਇਹਦੀ ਉਨੀ ਉਮਰ ਨਹੀਂ ਸੀ, ਪਰ ਉਹਦਾ ਆਦਮੀ ਸਿਆਣਾ ਸੀ ਤੇ ਕੋਈ ਬੱਚਾ ਨਹੀਂ ਸੀ ਉਹਦੇ। ਕਹਿੰਦਾ ਉਹਨੂੰ ਫੇਰ ਸੱਦਿਆ। ਕਹਿੰਦਾ ਬੀਬੀ ਜਦੋਂ ਅਗਲੇ ਸਾਲ ਨੂੰ ਅਸੀਂ ਇੱਧਰ ਨੂੰ ਗੇੜਾ ਕੱਢਣਾ ਆ, ਤੂੰ ਇੱਕ ਬੱਚੇ ਨੂੰ ਖਿਲਾਉਂਦੀ ਹੋਣਾ। ਉਹ ਕਹਿੰਦੀ ਗੁਰੂ ਜੀ ਮੈਨੂੰ ਹਾਸਾ ਮਸ਼ਕੂਲਾ ਨਾ ਕਰੋ। ਕਰਕੇ ਉਹਨਾਂ ਨੂੰ ਹੁਣ ਕਈ ਸਾਲ ਹੋ ਗਏ ਆ ਟਰਾਈ ਕਰਦਿਆਂ ਨੂੰ, ਪਰ ਉਹਨਾਂ ਦੇ ਬੇਬੀ ਹੋਇਆ ਨਹੀਂ ਹੈਗਾ। ਤੇ ਹੁਣ ਇੱਕ ਫਾਲਸ ਹੋਪ ਨਾ ਹੋਵੇ, ਪਰ ਉਹਨੇ ਕਹਿ ਦਿੱਤਾ, ਕਹਿੰਦਾ ਵੀ ਅਗਲੇ ਸਾਲ ਨੂੰ ਬੱਚਾ ਹੋਣਾ ਹੈ। ਇਸ ਵੇਲੇ ਕਈ ਭੈਣ ਭਰਾ ਮੈਨੂੰ ਇਸ ਵੇਲੇ ਸੁਣ ਰਹੇ ਆ, ਉਹ ਵੀ ਇਸ ਸਿਚੁਏਸ਼ਨ ਦੇ ਵਿੱਚ ਆ, ਉਹਨਾਂ ਦੇ ਬੱਚਾ ਹੈ ਨਹੀਂ, ਔਲਾਦ ਹੈ ਨਹੀਂ। ਪਰ ਇੱਥੇ ਅਸੀਂ ਦੇਖਦੇ ਹਾਂ ਇੱਕ ਸੋਚਣ ਵਾਲੀ ਚੀਜ਼ ਆ। ਇਸ ਭੈਣ ਨੇ, ਇਸ ਔਰਤ ਨੇ ਇੱਕ ਰੱਬ ਦੇ ਆਦਮੀ ਵਾਸਤੇ ਪਹਿਲਾਂ ਉਹਨੇ ਪਛਾਣਿਆ ਵੀ ਇਹ ਰੱਬ ਦਾ ਨਬੀ ਆ। ਬਹੁਤ ਲੋਕੀ ਇਸ ਦੁਨੀਆ ਦੇ ਇਸ ਵੇਲੇ ਕਹਿ ਰਹੇ ਅਸੀਂ ਜੀ ਰੱਬ ਦੇ ਨਬੀ ਹਾਂ, ਅਸੀਂ ਰੱਬ ਦਾ ਕੰਮ ਕਰਦੇ ਸੀ, ਪਰ ਉਹਨੇ ਦੇਖਿਆ ਵੀ ਇਹ ਸੱਚੀ ਰੱਬ ਦਾ ਆਦਮੀ ਆ। ਫਿਰ ਕੀ ਹੋਇਆ? ਫਿਰ ਉਹਨੇ ਉਹਦੇ ਵਾਸਤੇ ਇੱਕ ਕਮਰਾ ਬਣਾ ਕੇ ਦਿੱਤਾ, ਪਰ ਉਹਨੇ ਕੋਈ ਵੀ ਉਹਦੇ ਕੋਲ ਲਾਲਚ ਨਹੀਂ ਸੀਗਾ। ਇੱਦਾਂ ਨਹੀਂ ਲਾਲਚ ਸੀਗਾ ਵੀ ਇਹ ਬੜੇ ਆਦਮੀਆਂ ਨੂੰ ਜਾਣਦਾ, ਸਾਡੀ ਵੀ ਫਰਮਾਇਸ਼ ਉੱਥੇ ਪਾ ਦਊਗਾ ਤੇ ਸਾਡੇ ਕੰਮ ਈਜ਼ੀ ਹੋ ਜਾਣਗੇ। ਇਹ ਨਹੀਂ ਸੀਗਾ
ਬਈ ਸਾਡੇ ਕੋਲ ਔਲਾਦ ਨਹੀਂ ਹੈਗੀ, ਫਿਰ ਮੈਂ ਕੋਈ ਦਰਖਾਸਤ ਕਰੂੰਗੀ ਤੇ ਸਾਡੇ ਵਾਸਤੇ ਦੁਆ ਕਰੂੰਗਾ ਤਾਂ ਹੋ ਸਕਦਾ ਸਾਡੇ ਔਲਾਦ ਹੋ ਜਾਵੇ। ਕਿਸੇ ਤਰ੍ਹਾਂ ਦੀ ਵੀ ਉਹਨੂੰ ਲਾਲਚ ਨਹੀਂ ਸੀਗਾ। ਇੱਕੋ ਹੀ ਚੀਜ਼ ਉਹ ਕਰਨਾ ਚਾਹੁੰਦੀ ਸੀ, ਉਹ ਪਰਮੇਸ਼ਰ ਦੀ ਮਰਜ਼ੀ ਪੂਰਾ ਕਰਨੀ ਚਾਹੁੰਦੀ ਸੀ। ਭਈ ਪਰਮੇਸ਼ਰ ਦਾ ਆਦਮੀ ਸਾਡੇ ਸ਼ਹਿਰ ਦੇ ਵਿੱਚ ਆਉਂਦਾ ਆ ਤੇ ਮੈਂ ਚਾਹੁੰਦੀ ਉਹਦੇ ਵਾਸਤੇ ਈਜ਼ੀ ਹੋਵੇ, ਤੇ ਜਿਨ੍ਹਾਂ ਲੋਕਾਂ ਦੇ ਕੋਲ ਪ੍ਰਚਾਰ ਕਰਨਾ ਆ ਤੇ ਉਹਨਾਂ ਦੇ ਕੋਲ ਪ੍ਰਚਾਰ ਕਰਕੇ ਉਹਨੂੰ ਫਿਰ ਕਿਤੇ ਚੰਗੀ ਵੋਮ ਜਗ੍ਹਾ ਦੇ ਵਿੱਚ, ਸੁੱਕੀ ਜਗ੍ਹਾ ਦੇ ਵਿੱਚ ਸੌਂ ਸਕੇ। ਬਸ ਇਹੀ ਉਹਦੀ ਇੱਛਾ ਸੀਗੀ। ਪਰ ਪਰਮੇਸ਼ਰ ਹੋਰ ਤਰ੍ਹਾਂ ਦੇਖਦਾ। ਆਪਾਂ ਕਈ ਵਾਰੀ ਇਹਦੇ ਵਿੱਚੋਂ ਦੇਖਦੇ ਆਏ ਕਈ ਹਫ਼ਤਿਆਂ ਤੋਂ। ਉਹ ਕੀ ਕਹਿੰਦਾ? Seek ye the kingdom of God and his righteousness and all these things shall be added unto you. ਪਰਮੇਸ਼ਰ ਦੀ ਮਰਜ਼ੀ ਨੂੰ ਭਾਲੋ, ਬਾਕੀ ਦੀਆਂ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਹੁਣ ਇੱਥੇ ਕੀ ਹੋ ਰਿਹਾ ਆ? ਕਰਕੇ ਉਹ ਪਰਮੇਸ਼ਰ ਦੀ ਮਰਜ਼ੀ ਨੂੰ ਭਾਲਦੀ ਸੀਗੀ। ਪਰਮੇਸ਼ਰ ਦੇਖਦਾ ਇਹਨੂੰ ਕੀ ਚਾਹੀਦਾ। ਮੇਰੀ ਬਿਜ਼ਨਸ ਤਾਂ ਕਰ ਰਹੀ ਆ, ਜੋ ਮੈਂ ਚਾਹੁੰਦਾ ਸੀ ਉਹ ਤਾਂ ਕਰ ਰਹੀ ਆ, ਹੁਣ ਇਹਨੂੰ ਕੀ ਚਾਹੀਦਾ? ਉਹਨੂੰ ਔਲਾਦ ਚਾਹੀਦੀ ਸੀ, ਉਹਨੂੰ ਬੱਚਾ ਚਾਹੀਦਾ ਸੀ। ਬੇਸ਼ੱਕ ਦੀ ਉਹ ਮੰਗਦੀ ਨਹੀਂ ਸੀਗੀ, ਫੇਰ ਵੀ ਉਹਦੀ ਨੀਡ ਇਹ ਸੀ। ਪਰ ਇਹ ਮਿਰਕਲ ਦੇ ਨਾਲ ਹੋਣਾ ਆ, ਕਰਕੇ ਉਹਦਾ ਆਦਮੀ ਹੁਣ ਬਹੁਤ ਸਿਆਣਾ ਆ ਤੇ ਬਹੁਤ ਟਰਾਈ ਕਰ ਹਟਿਆ, ਬੱਚਾ ਹੁੰਦਾ ਨਹੀਂ ਹੈਗਾ। ਤੇ ਪ੍ਰਭੂ ਦੇ ਆਦਮੀ ਨੇ ਉਹਨੂੰ ਵਾਅਦਾ ਦਿੱਤਾ ਬਈ 12 ਮਹੀਨਿਆਂ ਤੋਂ ਅੰਦਰ ਅੰਦਰ ਤੇਰੇ ਬੱਚਾ ਹੋਊਗਾ। ਸੱਚੀ ਉਹੀ ਗੱਲ ਹੁੰਦੀ ਹੈ, ਜਦੋਂ ਸਾਲ ਬਾਅਦ ਮੁੜ ਕੇ ਆਉਂਦਾ ਆ ਤੇ ਉਹਦੇ ਬੱਚਾ ਹੋਇਆ ਹੁੰਦਾ। ਸੱਚੀ ਆਹਾ ਅੱਜ ਮਿਰਕਲ ਜਿਹੜਾ ਸਾਲ ਮਿਰਕਲਸ ਆਇਆ, ਪਰਮੇਸ਼ਰ ਤੁਹਾਡੇ ਵਾਸਤੇ ਵੀ ਮਿਰਕਲਸ ਕਰਨਾ ਚਾਹੁੰਦਾ ਆ ਤੇ ਤੁਸੀਂ ਇਹ ਮਿਰਕਲਸ ਲੈ ਸਕਦੇ ਹੋ। ਸੋ ਆਪਾਂ ਪੜ੍ਹਦੇ ਆ ਦੂਸਰੇ ਰਾਜੇ ਉਹਦੀ ਚੌਥਾ ਚੈਪਟਰ ਉਹਦੀ 17ਵੀਂ ਆਇਤ ਦੇ ਵਿੱਚ, ਜਿੱਥੇ ਉਹ ਸਾਨੂੰ ਦੱਸਦੇ ਆ ਵੀ ਉਹਦੇ ਬੱਚਾ ਹੋਇਆ। ਹਾਂਜੀ, Second King chapter 4 verse 17 ਇੱਥੇ ਇਦਾਂ ਲਿਖਿਆ, ਪਰ ਉਹ ਤੀਵੀਂ ਗਰਭਵਤੀ ਹੋਈ ਔਰ ਜਿਵੇਂ ਅਲੀਸ਼ਾ ਨੇ ਆਖਿਆ ਸੀ ਉਸੇ ਰੁੱਤੇ ਬਸੰਤ ਦੇ ਨੇੜੇ ਤੇੜ ਉਹਦੇ ਪੁੱਤਰ ਜੰਮਿਆ। ਆਮੀਨ। ਕੀ ਹੋਇਆ ਉਸ ਸਾਲ? ਜਿੱਦਾਂ ਉਹਨੇ ਕਿਹਾ ਸੀ ਵੀ ਜਦੋਂ ਉਹ ਦੂਸਰੀ ਵਾਰੀ ਮੁੜ ਕੇ ਆਇਆ ਤੇ ਉਹਦੇ ਬੱਚਾ ਜਨਮਿਆ। ਸੋ ਕੀ ਹੋਇਆ? ਜਿਹੜੀ ਉਹ ਮਿਰਕਲ ਚਾਹੁੰਦੀ ਸੀਗੀ ਤੇ ਮੰਗਿਆ ਨਹੀਂ ਸੀਗਾ, ਉਹ ਮਿਰਕਲ ਪਰਮੇਸ਼ਰ ਨੇ ਉਹਨੂੰ ਦੇ ਦਿੱਤੀ। ਉਹਨੂੰ ਧਨ ਦੀ ਲੋੜ ਨਹੀਂ ਸੀ। ਉਹ ਬਾਈਬਲ ਆਪਾਂ ਨੂੰ ਦੱਸਦੀ ਹੈ ਉਹ ਚੰਗੀ ਧਨੀ ਲੇਡੀ ਸੀਗੀ। ਉਹਦਾ ਆਦਮੀ ਦੇ ਕੋਲ ਚੰਗੀ ਜ਼ਮੀਨ ਸੀਗੀ, ਚੰਗੇ ਨੌਕਰ ਸੀਗੇ, ਪਰ ਔਲਾਦ ਨਹੀਂ ਸੀ। ਇਹ ਲੋੜ ਪ੍ਰਭੂ ਨੇ ਦੇਖ ਕੇ ਉਹਦੀ ਲੋੜ ਪੂਰੀ ਕਰ ਦਿੰਦੀ। ਪ੍ਰੇਜ਼ ਦ ਲਾਰਡ। ਸੱਚੀ ਜਦੋਂ ਅਸੀਂ ਪਰਮੇਸ਼ਰ ਦੀ ਲੋੜ ਨੂੰ ਪੂਰੀ ਕਰਦੇ ਹਾਂ ਤਾਂ ਪਰਮੇਸ਼ਰ ਸਾਡੀਆਂ ਲੋੜਾਂ ਨੂੰ ਪੂਰੀਆਂ ਕਰਦਾ ਹੈ। ਬਹੁਤ ਵਾਰੀ ਅਸੀਂ ਪਰਮੇਸ਼ਰ ਦੇ ਮਗਰ ਪਏ ਹੋਏ ਆ, ਸਾਡੀਆਂ ਲੋੜਾਂ ਪੂਰੀਆਂ ਕਰੋ, ਸਾਡੀ ਆਹ ਲੋੜ ਆ, ਸਾਡੀ ਆਹ ਲੋੜ ਆ। ਅਸੀਂ ਕਦੇ ਵੀ ਉਹਨੂੰ ਪੁੱਛਦੇ ਨਹੀਂ ਹੈਗੇ, ਪਿਤਾ ਜੀ ਮੈਂ ਤੁਹਾਡੇ ਵਾਸਤੇ ਕੀ ਕਰ ਸਕਦਾ ਹਾਂ, ਤੁਸੀਂ ਮੇਰੇ ਤੋਂ ਕੀ ਚਾਹੁੰਦੇ ਆ? ਇੱਥੇ ਇਹ ਜਿਹੜੀ ਔਰਤ ਸੀਗੀ, ਇਹਨੇ ਜੋ ਪਰਮੇਸ਼ਰ ਚਾਹੁੰਦਾ ਸੀ ਉਹ ਕੀਤਾ। ਜਦੋਂ ਅਸੀਂ ਪਰਮੇਸ਼ਰ ਦੀ ਮਰਜ਼ੀ ਨੂੰ ਪੂਰੀ ਕਰਨਾ ਪੈਂਦੇ ਆ, ਸਾਡੇ ਵਾਸਤੇ ਇੱਕ ਮਿਰਕਲਸ ਨਹੀਂ, ਬਹੁਤ ਮਿਰਕਲਸ ਹੁੰਦੀਆਂ। ਆਹ ਕਹਾਣੀ ਜੇ ਤੁਸੀਂ ਬਾਈਬਲ ਨੂੰ ਜਾਣਦੇ ਆ, ਤੁਸੀਂ ਇਹ ਪੜ੍ਹੀ ਹੋਣੀ ਆ, ਪਰ ਕੱਲੀ ਆਹ ਮਿਰਕਲ ਨਹੀਂ ਸੀਗੀ। ਥੋੜੇ ਚਿਰ ਬਾਅਦ ਉਹਨੂੰ ਹੋਰ ਮਿਰਕਲ ਦੀ ਲੋੜ ਆ। ਉਹ ਮੁੰਡਾ ਵੱਧ ਰਿਹਾ ਆ, ਹੋ ਸਕਦਾ ਉਹ 5-6 ਸਾਲ ਦਾ ਹੋਵੇ। ਮੈਂ ਇੱਥੋਂ ਤੱਕ ਲਾਉਣਾ ਕਰਕੇ ਉਹ ਆ ਕੇ ਆਪਣੀ ਮਾਂ ਦੇ ਪੱਟਾਂ ਦੇ ਵਿੱਚ ਪਿਆ ਸੀਗਾ। ਸੋ ਬਾਹਲਾ ਸਿਆਣਾ ਨਹੀਂ ਸੀਗਾ, ਸੋ ਹਲੇ ਨੌਜਵਾਨ ਹੀ ਸੀਗਾ, ਪਰ ਉਹ ਤੁਰ ਕੇ ਆਪਣੇ ਪੇ ਦੇ ਕੋਲ ਜਾਂਦਾ ਆ ਖੇਤਾਂ ਦੇ ਵਿੱਚ। ਸੋ ਇਹਦਾ ਮਤਲਬ ਤੁਰ ਫਿਰ ਸਕਦਾ ਸੀਗਾ। ਸੋ ਆਪ ਮੈਂ ਹਿਸਾਬ ਲਾਉਣਾ ਵੀ ਉਹ 54 ਸਾਲਾਂ ਦਾ, ਜੇ 6 ਸਾਲਾਂ ਦਾ ਹੋਊਗਾ, 7-8 ਦਾ ਵੀ ਹੋ ਸਕਦਾ। ਓਕੇ, ਸੋ ਇਸ ਉਮਰ ਦੇ ਵਿੱਚ ਆ ਤੇ ਉਹ ਆਪਣੇ ਪੇ ਦੇ ਨਾਲ ਜਿੱਥੇ ਖੇਤੀ ਹੋ ਰਹੀ ਆ, ਜਿੱਥੇ ਵਾਢੀ ਪੈ ਰਹੀ ਆ, ਉੱਥੇ ਨਾਲ ਬੈਠਾ ਆ। ਤੇ ਉਹ ਆਪਣੇ ਪੇ ਨੂੰ ਕਹਿਣ ਲੱਗਾ, ਕਹਿੰਦਾ ਪਿਤਾ ਜੀ ਮੇਰਾ ਸਿਰ ਦੁਖਦਾ, ਬਹੁਤ ਸਿਰ ਦੁਖਦਾ। ਤੇ ਉਹਦਾ ਪੇ ਨੌਕਰ ਨੂੰ ਕਹਿੰਦਾ ਜਾ, ਕਹਿੰਦੇ ਇਹਨੂੰ ਉਹਦੀ ਮਾਂ ਦੇ ਕੋਲ ਲੈ ਜਾ। ਤੇ ਉਹ
ਉਹਦੀ ਮਾਂ ਦੇ ਕੋਲ ਲੈ ਕੇ ਆਉਂਦਾ ਤੇ ਉਹਨੂੰ ਪੱਟਾਂ ਦੇ ਵਿੱਚ ਪਾ ਦਿੰਦੀ ਆ ਤੇ ਉਹ ਥੋੜੇ ਚਿਰ ਬਾਅਦ ਲੜਕਾ ਮਰ ਜਾਂਦਾ ਹੈ, ਉਹਦੇ ਪੱਟਾਂ ਦੇ ਵਿੱਚ ਹੀ ਮਰ ਜਾਂਦਾ। ਪਰ ਜਿਹੜੀ ਔਰਤ ਹੁੰਦੀ ਆ ਨੇਚਾ ਰੱਖਣ ਵਾਲੀ ਹੁੰਦੀ ਆ, ਆਪਾਂ ਨੇਚਾ ਦੇ ਵੀ ਬਹੁਤ ਸਿਖਾਲਦੇ ਆਏ ਆ। ਉਹਦੇ ਕੋਲ ਪਰਮੇਸ਼ਰ ਦੇ ਵਾਸਤੇ ਬਹੁਤ ਭਰੋਸਾ ਹੁੰਦਾ, ਬਹੁਤ ਨੇਚਾ ਹੁੰਦੀ ਆ। ਉਹ ਲੜਕੇ ਨੂੰ ਚੱਕਦੀ, ਕਿਸੇ ਨੂੰ ਰੌਲੀ ਨਹੀਂ ਪਾਉਂਦੀ, ਅਡਾਟ ਨਹੀਂ ਪਾਉਣ ਲੱਗ ਪੈਂਦੀ ਮੇਰਾ ਲੜਕਾ ਮਰ ਗਿਆ, ਮੈਂ ਇੱਦਾਂ ਹੋ ਗਈ ਇੱਦਾਂ ਹੋ ਗਈ। ਅੱਜ ਕੱਲ੍ਹ ਅਸੀਂ ਬਹੁਤ ਲੋਕਾਂ ਨੂੰ ਸੁਣਦੇ ਆ ਜਿੱਥੇ ਅਸੀਂ ਮਿਸਟੇਕ ਕਰਦੇ ਆ। ਸਾਡੀ ਮਿਸਟੇਕ ਐਸੇ ਆ, ਅਸੀਂ ਜੋ ਵੀ ਸਾਡੇ ਨਾਲ ਬੁਰੀਆਂ ਚੀਜ਼ਾਂ ਹੋ ਰਹੀਆਂ ਆ, ਅਸੀਂ ਉਹ ਕਹਾਣੀਆਂ ਸਾਰਿਆਂ ਨੂੰ ਦੱਸਣੀਆਂ ਚਾਹੁੰਦੇ ਆ। ਕਈ ਵਾਰੀ ਸਾਨੂੰ ਰੀਣ ਵੀ, ਜੇ ਜਦੋਂ ਉਹਨੇ ਮੈਨੂੰ ਟੈਲੀਫੋਨ ਕਰਨਾ ਆ, ਮੈਨੂੰ ਚਾਂਸ ਨਹੀਂ ਦੇਣਾ ਗੱਲ ਕਰਨ ਨੂੰ, ਉਹਨੇ ਆਪਣੀ ਬਸ ਹੋਏ ਮੁੜ ਕੇ ਉਹ ਜੇ ਬੇਸ਼ੱਕ ਦੀ ਘੰਟਾ ਸੁਣਦਾ ਰਹਾਂ, ਉਹਨੇ ਘੰਟਾ ਹੀ ਉਹ ਗੱਲਾਂ ਮੁੜ ਕੇ ਸੁਣਾਈ ਜਾਣੀਆਂ, ਮੁੜ ਕੇ ਸੁਣਾਈ ਜਾਣੀਆਂ। ਪਰ ਇਸ ਔਰਤ ਨੇ ਨਹੀਂ ਇਹ ਕੀਤਾ। ਦੇਖੋ ਜੀ ਇਹ ਕੀ ਹੋ ਗਿਆ, ਕੁਛ ਨਹੀਂ ਕਿਹਾ। ਉਹਨੇ ਕੀ ਕੀਤਾ, ਆਪਣੇ ਨੌਕਰ ਨੂੰ ਭੇਜਿਆ, ਕਹਿੰਦੀ ਜਾ 2 ਘੋੜੇ ਲੈ ਆ, ਤੇ ਉਹਨੇ ਲੜਕੇ ਨੂੰ ਚੱਕਿਆ, ਉਹਦੀ ਲੋਥ ਚੱਕੀ ਤੇ ਜਿਹੜਾ ਰੱਬ ਦੇ ਆਦਮੀ ਵਾਸਤੇ ਕਮਰਾ ਬਣਾਇਆ ਸੀ ਉਹਦੇ ਮੰਜੇ ਤੇ ਪਾਇਆ ਤੇ ਬੂਹਾ ਲਾ ਦਿੱਤਾ, ਕਿਸੇ ਨੂੰ ਪਤਾ ਨਾ ਲੱਗੇ। ਤੇ ਉਹਨੂੰ ਕਹਿੰਦੀ ਆ ਬਈ ਆਪਾਂ ਰੱਬ ਦੇ ਆਦਮੀ ਦੇ ਕੋਲ ਜਾਣਾ ਹੈ, ਤੂੰ ਤੇਜ਼ ਜਾਣਾ ਤੇ ਮੈਂ ਤੇਰੇ ਮਗਰ ਘੋੜੇ ਵਿੱਚ ਆਉਣੀ ਆ, ਤੂੰ ਤੇਜ਼ ਜਾਣਾ ਤੇ ਤੂੰ ਢਿੱਲ ਨਹੀਂ ਪਾਉਣੀ ਹੈਗੀ, ਜਿੰਨੀ ਵੀ ਛੇਤੀ ਜਾ ਸਕੇ ਜਾਣਾ ਹੈ। ਜੇ ਮੈਂ ਕਹੂੰਗੀ ਤਾਂ ਹੌਲੀ ਕਰਨੀ, ਨਹੀਂ ਤਾਂ ਤੁਸੀਂ ਤੇਜ਼ ਹੀ ਜਾਣਾ। ਉਹ ਜਾਂਦੇ ਆ, ਪਤਾ ਨਹੀਂ ਕਿੰਨੀ ਦੂਰ ਹੋਊਗਾ, ਚੰਗੀ ਦੂਰ ਹੋਊਗਾ। ਤੇ ਜਦੋਂ ਉਹ ਜਾਂਦੇ ਆ ਤੇ ਉਹ ਦੂਰੋਂ ਦੇਖ ਲੈਂਦਾ ਆ ਤੇ ਉਹ ਆਪਣੇ ਚੇਲੇ ਗੇਜੀ ਨੂੰ ਕਹਿੰਦਾ ਆ, ਕਹਿੰਦਾ ਇਦਾਂ ਲੱਗਦੀ ਜਿੱਦਾਂ ਉਹ ਸ਼ੋਮੈਨ ਟੂ ਵੂਮਨ ਆ ਰਹੀ ਆ। ਤੇ ਜਦੋਂ ਉਹ ਜਾ ਕੇ ਦੇਖਦੇ, ਕਹਿੰਦਾ ਜਾ ਦੇਖ ਉਹ ਕੀ ਮੰਗਦੀ ਆ। ਤੇ ਜਦੋਂ ਗੇਜੀ ਆਉਂਦਾ ਤੇ ਉਹ ਪੁੱਛਦਾ ਜਿੱਦਾਂ ਉਹਨੇ ਕਿਹਾ ਸੀ, ਤੂੰ ਠੀਕ ਆ, ਤੇਰਾ ਹਸਬੈਂਡ ਠੀਕ ਹੈ, ਤੇਰਾ ਮੁੰਡਾ ਠੀਕ ਹੈ? ਤੇ ਉਹ ਸਭ ਕੁਝ ਕਹਿੰਦੀ ਆ, ਸਭ ਕੁਝ ਠੀਕ ਹੈ। ਪਰ ਉਹ ਨੱਠੀ ਆਉਂਦੀ ਆ ਕੇ ਰੱਬ ਦੇ ਆਦਮੀ ਦੇ ਪੈਰ ਫੜ ਲੈਂਦੀ ਆ। ਗੇਜੀ ਉਹਨੂੰ ਧੱਕਾ ਦੇ ਕੇ ਪਰ ਇਹਨੂੰ ਕਰਨਾ ਚਾਹੁੰਦਾ ਆ, ਪਰ ਪਰਮੇਸ਼ਰ ਦਾ ਆਦਮੀ ਇਲਾਇਸ਼ਾ ਕਹਿੰਦਾ ਇਹਦੇ ਜੀਵਨ ਚ ਕੁਛ ਹੋਇਆ ਆ ਤੇ ਪਰਮੇਸ਼ਰ ਨੇ ਮੈਨੂੰ ਦੱਸਿਆ ਨਹੀਂ ਹੈਗਾ। ਬਹੁਤ ਅਜੀਬ ਗੱਲ ਹੈ, ਸੁਣਨ ਵਾਲੀ ਆ। ਓਕੇ, ਕਹਿੰਦਾ ਪਰਮੇਸ਼ਰ ਨੇ, ਕਹਿੰਦਾ ਇਹਦੇ ਜੀਵਨ ਦੇ ਵਿੱਚ ਕੋਈ ਬੁਰੀ ਚੀਜ਼ ਹੋਈ ਆ ਪਰ ਪਰਮੇਸ਼ਰ ਨੇ ਮੈਨੂੰ ਦੱਸਿਆ ਨਹੀਂ। ਉਹ ਉਡੀਕਦਾ ਸੀਗਾ ਜੇ ਕੁਝ ਵੀ ਹੋਣਾ ਆ ਬਈ ਮੈਨੂੰ ਪਤਾ ਲੱਗਣਾ ਚਾਹੀਦਾ। ਬਾਈਬਲ ਕੀ ਕਹਿੰਦੀ ਆ, ਪਰਮੇਸ਼ਰ ਕੁਝ ਵੀ ਦੁਨੀਆ ਵਿੱਚ ਕਰਦਾ ਨਹੀਂ ਹੈਗਾ, ਪਰ ਪਹਿਲਾਂ ਉਹ ਆਪਣੇ ਨਬੀਆਂ ਨੂੰ ਦੱਸਦਾ ਮੈਂ ਕੀ ਕਰਨ ਲੱਗਾ। ਬਹੁਤ, ਮੈਨੂੰ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਮੈਂ ਇੱਥੋਂ ਕਲੀਅਰ ਹੀ ਕਰਨਾ ਚਾਹੁੰਦਾ। ਓਕੇ, ਬਹੁਤ ਮੇਰੇ ਭੈਣ ਭਰਾ ਇਸ ਵੇਲੇ ਆਪਣੇ ਆਪ ਨੂੰ ਨਬੀ ਸਾਦੇ ਆ, ਪਰ ਉਹਨਾਂ ਨੂੰ ਕੁਝ ਨਹੀਂ ਪਤਾ ਪਰਮੇਸ਼ਰ ਕੀ ਕਰਦਾ ਹੈ। ਪਰ ਜੇ ਅਸੀਂ ਸੱਚੀ, ਮੈਂ ਨਬੀ ਨਹੀਂ ਹੈਗਾ, ਸੋ ਮੈਂ ਪਾਸਟਰ ਹੀ ਹਾਂ। ਓਕੇ, ਪਰ ਜਿਹੜੇ ਸੱਚੀ ਨਬੀ ਆ ਉਹਨਾਂ ਨੂੰ ਪਰਮੇਸ਼ਰ ਆ ਕੇ ਦੱਸਦਾ ਮੈਂ ਹੁਣ ਇਦਾਂ ਕਰਨ ਲੱਗਾ ਹਾਂ। ਓਕੇ, ਸੋ ਇੱਥੇ ਉਹ ਸ਼ੌਕਡ ਰਹਿ ਗਿਆ ਜਾਂ ਅਮੇਜ਼ਡ ਰਹਿ ਗਿਆ, ਹੈਰਾਨ ਰਹਿ ਗਿਆ ਬਈ ਪਰਮੇਸ਼ਰ ਨੇ ਕੁਝ ਕੀਤਾ ਆ ਜਾਂ ਕੁਝ ਹੋਲਣ ਦਿੱਤਾ ਆ, ਮੈਨੂੰ ਨਹੀਂ ਦੱਸਿਆ। ਉਹ ਐਕਸਪੈਕਟ ਕਰਦਾ ਸੀ ਵੀ ਪਰਮੇਸ਼ਰ ਨੂੰ ਦੱਸੂਗਾ। ਤੇ ਉਹ ਜਾ ਕੇ ਕਹਿੰਦੀ ਆ ਬਈ ਜਿਹੜਾ ਬੱਚਾ ਤੂੰ ਮੈਨੂੰ ਪਰਮੇਸ਼ਰ ਤੋਂ ਲੈ ਕੇ ਦਿੱਤਾ ਸੀਗਾ, ਉਹਦੀ ਡੈਥ ਹੋ ਗਈ ਆ, ਉਹ ਮਰ ਗਿਆ। ਤੇ ਇਲਾਇਸ਼ਾ ਆਪਣਾ ਸੋਟਾ ਆਪਣੇ ਚੇਲੇ ਗੇਜ਼ੀ ਨੂੰ ਦਿੰਦਾ ਆ, ਜਿਹੜਾ ਬਹੁਤ ਚਿਰ ਦਾ ਉਹਦੇ ਨਾਲ ਆ, ਇਲਾਇਸ਼ਾ ਦੇ ਨਾਲ ਆ, ਬਹੁਤ ਚੀਜ਼ਾਂ ਉਹ ਤੋਂ ਸਿੱਖੀਆਂ ਆ, ਤੇ ਉਹਨੂੰ ਭੇਜਦਾ ਆ। ਆਪ ਉਹਦੇ ਕੋਲ ਕਰਕੇ ਸਿਆਣਾ, ਉਹਦੇ ਕੋਲ ਆਪ ਹੌਲੀ ਹੌਲੀ ਆ ਹੋਣਾ ਆ, ਪਰ ਉਹਨੂੰ ਕਹਿੰਦਾ ਵੀ ਤੂੰ ਨੱਠੇ ਨਹੀਂ ਜਾਣਾ ਆ। ਓਕੇ, ਕਿਸੇ ਨਾਲ ਬੋਲਣਾ ਨਹੀਂ ਹੈਗਾ, ਕੋਈ ਗੱਲਬਾਤ ਨਹੀਂ ਕਰਨੀ, ਸਿੱਧਾ ਹੀ ਉਸੇ ਕਮਰੇ ਵਿੱਚ ਜਾਣਾ ਆ ਤੇ ਮੇਰਾ ਸੋਟਾ ਉਹਦੇ ਉੱਤੇ ਰੱਖ ਕੇ ਤੇ ਪ੍ਰੇ ਕਰ ਦੇਣੀ ਆ ਤੇ ਉਹਨੇ ਜੀਦਾ ਹੋ ਜਾਣਾ। ਪਰ ਉਹ ਜਾ ਕੇ ਪਰ ਜਿਹੜੀ ਔਰਤ ਆ ਉਹ ਕਹਿੰਦੀ ਆ, ਰੱਬ ਦੇ ਆਦਮੀ ਨੂੰ ਕਹਿੰਦੀ ਆ, ਮੈਂ ਤੈਨੂੰ ਛੱਡਣਾ ਨਹੀਂ ਹੈਗਾ, ਮੈਂ ਜਾਣਾ ਨਹੀਂ ਜਿੰਨਾ ਚਿਰ ਤੂੰ ਮੇਰੇ ਨਾਲ ਨਹੀਂ ਆਉਂਦਾ ਹੈਗਾ, ਮੈਂ ਤੈਨੂੰ ਨਾਲੇ ਲੈ ਕੇ ਜਾਣਾ।
ਬਹੁਤ ਵਾਰੀ ਅਸੀਂ ਪਛਾਣਿਆ ਹੁੰਦਾ ਆ ਬਈ ਕੌਣ ਪਰਮੇਸ਼ਰ ਦਾ ਆਦਮੀ ਆ, ਤੇ ਕਈ ਵਾਰੀ ਕਈ ਸ਼ਕਲ ਦੇ ਵਿੱਚ ਹੁੰਦੇ ਆ, ਗੱਲਾਂ ਬਥੇਰੀਆਂ ਕਰਦੇ ਹੁੰਦੇ ਆ, ਪਰ ਉਹਨਾਂ ਦੇ ਕੋਲ ਉਹ ਅਥਾਰਟੀ ਹੁੰਦੀ ਨਹੀਂ ਹੈਗੀ ਜਿਹੜੀ ਚਾਹੀਦੀ ਹੁੰਦੀ ਆ। ਸੋ ਉਹਨੂੰ ਪਤਾ ਸੀ ਇਸ ਆਦਮੀ ਦੇ ਕੋਲ ਅਥਾਰਟੀ ਹੈਗੀ ਆ, ਇਹ ਨਾਲ ਮੇਰੇ ਚਾਹੀਦਾ ਆ, ਪਰ ਉਹਦੇ ਚੇਲੇ ਕੋ ਵੀ ਹੁਣ ਨੂੰ ਚਾਹੀਦੀ ਸੀ, ਪਰ ਉਹ ਕੋ ਹਲੇ ਹੈ ਨਹੀਂ ਗੀ। ਆਪਾਂ ਗਾਹਾਂ ਜਾ ਕੇ ਦੇਖਦੇ ਹਾਂ ਕਾਹਤੇ ਹੈ ਨਹੀਂ ਗੀ। ਉਹਦੇ ਕੋਲ ਪ੍ਰੋਬਲਮ ਸੀਗੀ, ਕੋਈ ਇੱਕ ਮੁਸੀਬਤ ਸੀਗੀ। ਅੱਜ ਵੀ ਉਹ ਪ੍ਰੋਬਲਮ ਬਹੁਤ ਚੱਲ ਰਹੀ ਆ। ਸੋ ਇਸ ਕਰਕੇ ਆਪਾਂ ਨੂੰ ਦੇਖਣ ਦੀ ਜ਼ਰੂਰਤ ਆ। ਜਦੋਂ ਉਹ ਨਹੀਂ ਜਾਂਦੀ ਤਾਂ ਉਹ ਆਪਣੇ ਉਹਦੇ ਨਾਲ ਫਿਰ ਜਾਂਦਾ ਆ, ਤੇ ਜਦੋਂ ਜਾਂਦਾ ਤਾਂ ਗੇਜੀ ਆ ਕੇ ਮੁੜਦਾ, ਕਹਿੰਦਾ ਜੀ ਜਿੱਦਾਂ ਤੁਸੀਂ ਕਿਹਾ ਸੀ ਮੈਂ ਕੀਤਾ, ਮੁੰਡੇ ਨੂੰ ਤਾਂ ਕੁਝ ਨਹੀਂ, ਜੀਵਨ ਹੀ ਨਹੀਂ ਮੁੜ ਕੇ ਕੁਝ ਨਹੀਂ ਹੋਇਆ ਹੈਗਾ। ਪਰ ਫਿਰ ਉਹ ਆਪ ਜਾਂਦਾ ਆ, ਕਮਰੇ ਦੇ ਵਿੱਚ ਚੱਲ ਜਾਂਦਾ, ਬੂਹਾ ਬੰਦ ਕਰ ਦਿੰਦਾ, ਤੇ ਫਿਰ ਉਹ ਪ੍ਰੇ ਕਰਦਾ, ਤੇ ਉਹਦੇ ਸਰੀਰ ਉੱਤੇ ਪੈ ਕੇ ਉਹਦੇ ਮੂੰਹ ਵਿੱਚ ਮੂੰਹ ਪਾਉਂਦਾ ਤੇ ਸਾਹ ਦਿੰਦਾ ਆ, ਤੇ ਉਹ ਲੜਕਾ ਜੀਂਦਾ ਹੋ ਜਾਂਦਾ। ਉਹਨੂੰ ਚੱਕ ਕੇ ਲਿਆ ਕੇ ਉਹਦੀ ਮਾਂ ਦੇ ਕੁਛ ਵਿੱਚ ਦੇ ਦਿੰਦਾ ਆ। ਸੋ ਇੱਥੇ ਅਸੀਂ ਦੇਖਦੇ ਹਾਂ ਪ੍ਰਭੂ ਸਾਨੂੰ ਦਿਖਾਉਂਦਾ ਆ ਬਈ ਸੱਚੀ ਇੱਕ ਇੱਥੇ ਅਸੀਂ ਇੱਕ ਹੋਰ ਮਿਰਕਲ ਦੇਖ ਰਹੇ ਹਾਂ। ਪਹਿਲਾਂ ਇੱਕ ਆਪਾਂ ਮਿਰਕਲ ਦੇਖੀ ਸੀ, ਹੁਣ ਉਹਨੂੰ ਫੇਰ ਮਿਰਕਲ ਦੀ ਲੋੜ ਪਈ, ਉਹਨੂੰ ਫੇਰ ਮਿਲ ਗਈ। ਦੂਸਰਾ ਰਾਜਾ ਉਹਦਾ ਆਪਾਂ ਚੌਥਾ ਚੈਪਟਰ ਉਹਦੀ 18 ਤੋਂ 20 ਆਇਤ ਪੜਾਂਗੇ। ਦੂਸਰੇ ਰਾਜੇ 18 ਤੋਂ 20 ਆਇਤ। Same 2 Kings chapter 4 verse 18 to 20 ਹਨ। ਹਾਂਜੀ। ਅਤੇ ਜਦ ਬਾਲਕ ਵੱਡਾ ਹੋਇਆ ਤਾਂ ਇੱਕ ਦਿਨ ਇਉਂ ਹੋਇਆ ਵੀ ਉਹ ਆਪਣੇ ਪਿਓ ਕੋਲ ਵਾਢੀਆਂ ਵੱਲ ਚਲਿਆ ਗਿਆ, ਅਤੇ ਉਹ ਆਪਣੇ ਪਿਓ ਨੂੰ ਆਖਣ ਲੱਗਾ, ਹਾਏ ਮੇਰਾ ਸਿਰ, ਹਾਏ ਮੇਰਾ ਸਿਰ। ਔਰ ਉਹਨੇ ਆਪਣੇ ਇੱਕ ਟਹਿਲਿਓ ਨੂੰ ਆਖਿਆ, ਉਹਨੂੰ ਉਹਦੀ ਮਾਂ ਕੋਲ ਲੈ ਜਾ। ਜਦ ਉਹ ਉਹਨੂੰ ਚੁੱਕ ਕੇ ਉਹਦੀ ਮਾਂ ਕੋਲ ਅੰਦਰ ਲੈ ਗਿਆ ਤਾਂ ਉਹ ਦੁਪਹਿਰਾ ਤਾਈਂ ਉਹਦੇ ਗੋਡਿਆਂ ਉੱਤੇ ਬੈਠਾ ਰਿਹਾ, ਫਿਰ ਮਰ ਗਿਆ। ਹਾਂਜੀ, ਆਪਾਂ 27 ਆਇਤ ਵੀ ਪੜ੍ਹ ਲੈਂਦੇ ਹਾਂ। ਅੱਛਾ, ਇਸੇ ਚੈਪਟਰ ਦੀ 27 ਆਇਤ ਯਾਨੀ ਕਿ ਚੌਥੇ ਦੀ। ਪਰ ਜਦ ਉਹ ਪਰਮੇਸ਼ਰ ਦੇ ਜਨ ਕੋਲ ਪਰਬਤ ਉੱਤੇ ਆਏ ਤਾਂ ਉਸ ਦੇ ਪੈਰ ਫੜ ਲਏ, ਅਤੇ ਗਿਹਾਜੀ ਉਹਨੂੰ ਪਰੇ ਹਟਾਉਣ ਲਈ ਨੇੜੇ ਆਇਆ। ਪਰ ਪਰਮੇਸ਼ਰ ਦੇ ਜਨ ਨੇ ਆਖਿਆ, ਉਹਨੂੰ ਰਹਿਣ ਦੇ, ਕਿਉਂ ਜੋ ਉਹਦਾ ਮਨ ਭਰਿਆ ਹੋਇਆ ਹੈ। ਪਰ ਯਹੋਵਾ ਨੇ ਇਹ ਮੇਤੋਂ ਲੁਕੋਇਆ ਤੇ ਮੈਨੂੰ ਨਾ ਦੱਸਿਆ। ਕੀ ਹੋਇਆ? ਯਹੋਵਾ ਨੇ ਮੇਤੋਂ ਇਹ ਲੁਕੋਇਆ ਤੇ ਮੈਨੂੰ ਕਹਿੰਦਾ ਦੱਸਿਆ ਨਹੀਂ। ਸੋ ਐਕਸਪੈਕਟ ਕਰਦਾ ਸੀ, ਕਰਕੇ ਉਹ ਨਬੀ ਸੀਗਾ, ਬਈ ਮੈਨੂੰ ਪਤਾ ਚਾਹੀਦਾ ਕੀ ਹੋ ਰਿਹਾ ਹੈ। ਆਮੀਨ। ਸੋ ਇੱਥੇ ਆਪਣੇ ਵਾਸਤੇ ਬਹੁਤ ਕਲੀਅਰ ਆ, ਅਸੀਂ ਪਛਾਣ ਸਕਦੇ ਕੌਣ ਨਬੀ ਕੌਣ ਨਹੀਂ ਹੈਗਾ। ਬਹੁਤਿਆਂ ਦੇ ਟਾਈਟਲ ਰੱਖੇ ਹੋਏ ਆ, ਪਰ ਉਹ ਕਈ ਵਾਰੀ ਹੁੰਦੇ ਨਹੀਂ ਹੈਗੇ। ਓਕੇ, ਸੋ ਬਾਈਬਲ ਆਪਾਂ ਦੱਸਦੀ ਆ, ਉਹਨਾਂ ਦੇ ਫਲ ਤੋਂ ਅਸੀਂ ਜਾਣਾਂਗੇ। ਸੋ ਆਪਾਂ ਕਿਸੇ ਨੂੰ ਜੱਜ ਨਹੀਂ ਕਰਦੇ ਹੈਗੇ, ਸਾਡਾ ਕੋਈ ਹੱਕ ਨਹੀਂ ਹੈਗਾ ਕਿਸੇ ਨੂੰ ਜੱਜਮੈਂਟ ਕਰਨ ਦਾ, ਪਰ ਅਸੀਂ ਫਲ ਦੇਖ ਸਕਦੇ ਹਾਂ। ਓਕੇ, ਦੂਸਰੇ ਰਾਜੇ ਉਹਦੀ 4:29 ਆਇਤ ਹੁਣ ਪੜਾਂਗੇ। ਤਾਂ ਉਸਨੇ ਗਿਹਾਜੀ ਨੂੰ ਕਿਹਾ, ਆਪਣਾ ਲੱਕ ਬੰਨ੍ਹ ਔਰ ਮੇਰੀ ਲਾਠੀ ਆਪਣੇ ਹੱਥ ਵਿੱਚ ਲੈ ਕੇ ਆਪਣਾ ਰਾਹ ਫੜ। ਜੇ ਕੋਈ ਆਦਮੀ ਤੈਨੂੰ ਮਿਲੇ ਤਾਂ ਉਹਨੂੰ ਪ੍ਰਣਾਮ ਨਾ ਕਰੀ, ਔਰ ਜੇ ਕੋਈ ਆਦਮੀ ਪ੍ਰਣਾਮ ਕਰੇ ਤਾਂ ਉਹਨੂੰ ਉੱਤਰ ਨਾ ਦੇ। ਫਿਰ ਤੂੰ ਮੁੰਡੇ ਦੇ ਮੂੰਹ ਉੱਤੇ ਮੇਰੀ ਲਾਠੀ ਰੱਖ ਦੇਵੀਂ। ਪਰ ਮੁੰਡੇ ਦੀ ਮਾਂ ਬੋਲੀ, ਜਿਉਂਦੇ ਯਹੋਵਾ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗੀ। ਬਸ। ਹਾਂਜੀ, ਸੋ ਇੱਥੇ ਅਸੀਂ ਦੇਖਦੇ ਹਾਂ ਉਹ ਜਿੱਦਾਂ ਇਸ ਔਰਤ ਨੂੰ ਹੁਕਮ ਦਿੱਤਾ ਸੀਗਾ ਉਹਨੇ ਵੀ ਤੇਰੇ ਬੱਚਾ ਹੋਊਗਾ 12 ਮਹੀਨੇ ਤੋਂ ਅੰਦਰ, ਇੱਦਾਂ ਹੀ ਗੇਜ਼ੀ ਨੂੰ ਹੁਕਮ ਦਿੱਤਾ ਆ ਬਈ ਜਦੋਂ ਤੂੰ ਇਹ ਸੋਟੀ ਉਹਦੇ ਮੂੰਹ ਤੇ ਰੱਖੂਗਾ ਤੇ ਉਹ ਠੀਕ ਹੋ ਜੂ। ਓਕੇ, ਪਰ ਇਸ ਔਰਤ ਨੇ ਨੇਚਾ ਰੱਖ ਲਈ ਸੀਗੀ, ਪਰ ਗੇਜੀ ਦੇ ਕੋਲ ਰੱਖ ਨਹੀਂ ਹੋਈ ਹੈਗੀ। ਤੇ ਉਹ ਆ ਕੇ ਉਹਨੂੰ ਦੱਸਦਾ ਆ ਬਈ ਉਹ ਜੀਂਦਾ ਨਹੀਂ ਹੋਇਆ ਹੈਗਾ। 30ਵੀਂ ਆਇਤ ਆਪਾਂ ਪੜਾਂਗੇ, ਵਰਸ 30। ਪਰ ਮੁੰਡੇ ਦੀ ਮਾਂ ਬੋਲੀ, ਜਿਉਂਦੇ ਯਹੋਵਾ ਦੀ ਤੇ ਤੇਰੀ ਜਾਨ ਦੀ ਸਹੁੰ, ਮੈਂ ਤੈਨੂੰ ਨਹੀਂ ਛੱਡਾਂਗੀ। ਸੋ ਉਹ ਉੱਠ ਕੇ ਉਹਦੇ ਮਗਰ ਤੁਰ ਪਿਆ। ਓਕੇ, ਸੋ ਉਹ ਫਿਰ ਉਹਦੇ ਨਾਲ ਉਹਨੂੰ ਜਾਣਾ ਪਿਆ, ਕਰਕੇ ਉਹ ਛੱਡ ਕੇ ਨਹੀਂ ਉਹਨੂੰ ਗਈ। ਓਕੇ, ਬਹੁਤ ਬਈ ਕਈ ਵਾਰੀ ਅਜੀਬ ਗੱਲ ਹੁੰਦੀ ਆ
ਹੋ ਸਕਦਾ ਉਹ ਕਹਿੰਦਾ ਵੀ ਚੱਲ ਕੋਈ ਨਹੀਂ, ਮੈਂ ਹੁਣ ਗੇਜੀ ਨੂੰ ਭੇਜ ਦਿੱਤਾ, ਉਹਨੇ ਠੀਕ ਕੰਮ ਹੋ ਹੀ ਜਾਣਾ ਆ, ਮੈਂ ਨਹੀਂ ਜਾਂਦਾ, ਮੈਂ ਇੱਥੇ ਰਹਿ ਲੈਣਾ। ਪਰ ਉਹ ਕਹਿੰਦੀ ਨਹੀਂ, ਤੁਹਾਨੂੰ ਨਾਲੇ ਲੈ ਕੇ ਜਾਣਾ। ਇੱਥੇ ਫਿਰ ਸਵਾਲ ਇਹ ਉੱਠਦਾ ਆ, ਕਾਹਤੇ ਨਹੀਂ ਹੋਇਆ, ਗੇਜੀ ਦੇ ਕੋਲ ਕਾਹਤੇ ਨਹੀਂ ਹੋਇਆ ਹੈਗਾ। ਓਕੇ, ਕਈ ਵਾਰੀ ਹਰੇਕ ਵਾਰੀ ਨਹੀਂ, ਕਈ ਵਾਰੀ ਪ੍ਰੋਬਲਮ ਹੁੰਦੀ ਆ, ਪਰ ਅਸੀਂ ਕਈ ਵਾਰੀ ਜਾਣਦੇ ਨਹੀਂ ਹੈਗੇ, ਪਰ ਜਦੋਂ ਕੋਈ ਮੌਕਾ ਆਉਂਦਾ ਉਦੋਂ ਸਾਨੂੰ ਪਤਾ ਲੱਗਦਾ ਵੀ ਕੀ ਪ੍ਰੋਬਲਮ ਹੈ। ਦੂਸਰੇ ਰਾਜਿਆਂ ਦੇ ਵਿੱਚ ਉਹਦਾ 5ਵਾਂ ਚੈਪਟਰ, ਉਹਦੀ 20 ਤੋਂ 25 ਆਇਤ ਆਪਾਂ ਦੇਖਦੇ ਆ, ਜਿਹੜਾ ਇਹ ਗਾਜ਼ੀ ਸੀਗਾ ਉਹਦੀ ਕੀ ਪ੍ਰੋਬਲਮ ਸੀਗੀ, ਕਾਹਤੇ ਜਿੱਥੇ ਇਹ ਜਿਹੜੀ ਸ਼ੂਮਾਈਟ ਵੂਮਨ ਸੀ ਉਹ ਯਕੀਨ ਰੱਖ ਸਕੀ ਵੀ ਉਹਦੇ ਬੱਚਾ ਹੋ ਜਾਊਗਾ, ਪਰ ਇਹ ਯਕੀਨ ਨਹੀਂ ਰੱਖ ਸਕਿਆ। ਬੇਸ਼ੱਕ ਦੀ ਇਹ ਨਵੀ ਦੇ ਨਾਲ ਕਿੰਨਾ ਚਿਰ ਇਹਨੂੰ ਹੋ ਗਿਆ ਉਹਦੇ ਨਾਲ ਚੱਲਦੇ ਨੂੰ। ਹਾਂਜੀ, ਇਹ ਦੂਸਰੇ ਰਾਜੇ 2 ਕਿੰਗ ਚੈਪਟਰ 8 ਵਰਸ 1 to 2, ਠੀਕ ਆ। ਅਲੀਸ਼ਾ ਨੇ ਉਸ ਤੀਵੀ ਨੂੰ ਜਿਹਦੇ ਪੁੱਤਰ ਨੂੰ ਉਸਨੇ ਜਵਾਲਿਆ, ਹਾਂ 5ਵਾਂ ਚੈਪਟਰ 20ਵੀਂ ਆਇਤ, 5ਵਾਂ ਚੈਪਟਰ 20 ਤੋਂ 25, ਸੌਰੀ, 2 Kings chapter 5 verse 20 to 25। ਤਾਂ ਪਰਮੇਸ਼ਰ ਦੇ ਜਨ ਅਲੀਸ਼ਾ ਦੇ ਬਾਲਕੇ ਗਿਹਾਜੀ ਨੇ ਆਖਿਆ, ਵੇਖੋ ਮੇਰੇ ਸਵਾਮੀ ਨੇ ਨੈਮਾਨ ਅਰਾਮੀ ਦੇ ਹੱਥੋਂ ਜੋ ਕੁਝ ਉਹ ਲਿਆਇਆ ਸੀ ਨਾ ਲੈ ਕੇ ਉਹਨੂੰ ਵਰਜ ਦਿੱਤਾ। ਜਿਉਂਦੇ ਯਹੋਵਾ ਦੀ ਸਹੁੰ, ਮੈਂ ਸੱਚ ਮੁੱਚ ਉਹਦੇ ਪਿੱਛੇ ਨੱਸਾਂਗਾ ਤੇ ਉਹਦੇ ਕੋਲੋਂ ਕੁਝ ਲੈ ਲਵਾਂਗਾ। ਸੋ ਗਿਹਾਜੀ ਸ਼ਤਾਬੀ ਨਾਲ ਨੈਮਾਨ ਦੇ ਮਗਰ ਗਿਆ। ਜਦ ਨੈਮਾਨ ਨੇ ਵੇਖਿਆ ਵੀ ਕੋਈ ਮੇਰੇ ਮਗਰ ਨੱਸਾ ਆਉਂਦਾ ਹੈ ਤਾਂ ਉਹ ਉਸ ਨੂੰ ਮਿਲਣ ਲਈ ਆਪਣੇ ਰੱਥ ਤੋਂ ਉਤਰਿਆ ਔਰ ਬੋਲਿਆ, ਸੁੱਖ ਤਾਂ ਹੈ? ਉਸਨੇ ਆਖਿਆ, ਸਭ ਸੁੱਖ ਹੈ। ਮੇਰੇ ਸਵਾਮੀ ਨੇ ਇਹ ਆਖਣ ਲਈ ਮੈਨੂੰ ਘੱਲਿਆ ਹੈ ਕਿ ਵੇਖ, ਨਵੀਆਂ ਦੇ ਪੁੱਤਰਾਂ ਵਿੱਚੋਂ 2 ਜਵਾਨ ਇਫਰਾਇਮ ਦੇ ਪਹਾੜੀ ਦੇਸ਼ ਤੋਂ ਹੁਣੇ ਮੇਰੇ ਕੋਲ ਆਏ ਹਨ। ਉਹਨਾਂ ਲਈ 1 ਤੋੜਾ ਚਾਂਦੀ ਦੇ ਤੇ 2 ਜੋੜੇ ਵਸਤਰ ਦੇ ਦੇ। ਤਾਂ ਨੈਮਾਨ ਨੇ ਆਖਿਆ, ਖੁਸ਼ੀ ਨਾਲ ਜੋ 2 ਤੋੜੇ ਲੈ, ਅਤੇ ਉਹ ਉਹਦੇ ਖਹਿੜੇ ਪਿਆ ਅਤੇ 2 ਥੈਲੀਆਂ ਵਿੱਚ 2 ਤੋੜੇ ਚਾਂਦੀ ਦੇ 2 ਜੋੜੇ ਵਸਤਰਾਂ ਸਣੇ ਬੰਨ੍ਹ ਦਿੱਤੇ, ਅਤੇ ਉਹਨਾਂ ਨੂੰ ਆਪਣੇ 2 ਨੌਕਰਾਂ ਉੱਤੇ ਲੱਦ ਦਿੱਤਾ। ਤਾਂ ਉਹ ਉਹਨਾਂ ਨੂੰ ਉਹਦੇ ਅੱਗੇ ਅੱਗੇ ਚੁੱਕ ਕੇ ਤੁਰ ਪਏ। ਤਦ ਉਹ ਪਹਾੜੀ ਟਿੱਲੇ ਕੋਲ ਆਇਆ ਤਾਂ ਉਹਨੇ ਉਹਨਾਂ ਨੂੰ ਉਹਨਾਂ ਦੇ ਹੱਥੋਂ ਲੈ ਕੇ ਘਰ ਵਿੱਚ ਰੱਖ ਲਿਆ ਅਤੇ ਉਹਨਾਂ ਆਦਮੀਆਂ ਨੂੰ ਜਾਣ ਦਿੱਤਾ। ਸੋ ਉਹ ਚਲੇ ਗਏ। ਜਦ ਉਹ ਅੰਦਰ ਆ ਕੇ ਆਪਣੇ ਇੱਥੇ ਅਸੀਂ ਦੇਖਦੇ ਹਾਂ ਕੀ ਗੱਲ ਸੀਗੀ। ਇੱਥੇ ਜਿਹੜਾ ਨੀਵਾ ਸੀਗਾ, ਜਿਹੜਾ ਸੀਰੀਆ ਦਾ ਵਜ਼ੀਰ ਸੀਗਾ, ਜਿਹੜਾ ਰਾਜ ਦੇ ਸਾਰੀ ਫੌਜ ਦੇ ਉੱਪਰ ਸੀਗਾ, ਉਹਨੂੰ ਕੋੜ ਹੋਇਆ ਸੀ ਤੇ ਉਹ ਇਲਾਇਸ਼ਾ ਦੇ ਕੋਲ ਆਉਂਦਾ ਆ ਤੇ ਇਲਾਇਸ਼ਾ ਉਹਨੂੰ ਦੱਸਦਾ ਆ ਬਈ ਤੂੰ 7 ਗੋਤੇ ਸਮੁੰਦਰ ਵਿੱਚ ਆ ਕੇ ਜੋਰਡਨ ਦੇ ਵਿੱਚ ਜਾ ਖਾ ਲਾ, ਤੂੰ ਠੀਕ ਹੋ ਜਾਊਗਾ। ਤੇ ਪਹਿਲਾਂ ਉਹ ਜਾਂਦਾ ਨਹੀਂ, ਪਰ ਅਖੀਰ ਦੇ ਵਿੱਚ ਉਹ ਡਿਸਾਈਡ ਕਰ ਲੈਂਦਾ, ਉਹ ਜਾਂਦਾ ਆ ਤੇ ਕੀ ਹੋ ਜਾਂਦਾ, ਉਹ ਕੋੜ ਤੋਂ ਐਨ ਠੀਕ ਹੋ ਜਾਂਦਾ। ਹੁਣ ਉਹ ਇੰਨਾ ਖੁਸ਼ ਆ ਤੇ ਉਹ 2 ਖੋਤੇ ਧਨ ਦੇ ਉੱਤੇ ਲੱਦ ਕੇ ਲਿਆਇਆ, ਵਰਦੀਆਂ ਲਿਆਇਆ ਤੇ ਉਹ ਆ ਕੇ ਨਵੀ ਨੂੰ ਦੇਣਾ ਚਾਹੁੰਦਾ ਆ। ਪਰ ਜਿਹੜਾ ਇਲਾਇਸ਼ਾ ਸੀ ਉਹਨੂੰ ਕੋਈ ਲਾਲਚ ਨਹੀਂ ਸੀ, ਉਹਨੂੰ ਕੋਈ ਪੈਸੇ ਦੀ ਲੋੜ ਨਹੀਂ ਸੀਗੀ। ਤੇ ਉਹ ਜਦੋਂ ਉਹਨੂੰ ਦੇਣ ਦੀ ਕੋਸ਼ਿਸ਼ ਕਰਦਾ, ਉਹ ਕਹਿੰਦਾ ਮੈਂ ਕੁਛ ਨਹੀਂ ਲੈਣਾ ਹੈਗਾ। ਤੇ ਜਦੋਂ ਕੁਛ ਨਹੀਂ ਲੈਂਦਾ ਹੈਗਾ, ਗੇਜੀ ਸੁਣਦਾ ਹੁੰਦਾ ਆ ਤੇ ਇਹਨੂੰ ਲਾਲਚ ਸੀਗਾ। ਜਦੋਂ ਉਹ ਚੱਲ ਜਾਂਦਾ ਆ, ਇਹ ਵੀ ਫਿਰ ਖਿਸਕ ਕੇ ਘਰੋਂ ਨਿਕਲ ਜਾਂਦਾ ਆ ਤੇ ਉਹਨਾਂ ਦੇ ਮਗਰ ਨੱਠਾ ਜਾਂਦਾ ਆ। ਤੇ ਕੀ ਹੋਇਆ, ਉਹਨਾਂ ਨੂੰ ਝੂਠ ਦੱਸ ਕੇ ਉਹਨਾਂ ਤੋਂ ਜਿੰਨਾ ਮੰਗਦਾ ਉਹ ਦੁੱਗਣਾ ਉਦੋਂ ਦੇ ਦਿੰਦਾ ਆ, ਕਰਕੇ ਉਹ ਬਹੁਤ ਖੁਸ਼ ਹੁੰਦਾ ਵੀ ਮੈਂ ਕੋੜ ਤੋਂ ਠੀਕ ਹੋ ਗਿਆ। ਉਸ ਜਮਾਨੇ ਕੋਈ ਵੀ ਕੋੜ ਤੋਂ ਠੀਕ ਨਹੀਂ ਹੁੰਦੇ ਸੀਗੇ। ਤੇ ਉਹ 2 ਆਦਮੀ ਨਾਲ ਵੀ ਭੇਜਦਾ ਵੀ ਇੰਨਾ ਉਹਨੂੰ ਸਮਾਨ ਦਿੱਤਾ, ਪਰ ਉਹ ਉਹਨੂੰ ਆਪਣੇ ਘਰ ਰਖਾ ਕੇ ਤੇ ਆ ਜਾਂਦਾ ਆ। ਪਰ ਕੀ ਇੱਥੇ ਆਪਾਂ ਦੇਖਦੇ ਹਾਂ, ਉਹਨੂੰ ਲਾਲਚੀ ਸੀਗਾ ਉਹ। ਅੱਜ ਕੱਲ੍ਹ ਵੀ ਅਸੀਂ ਕਈ ਵਾਰੀ ਬਹੁਤ ਲਾਲਚੀ ਹੋ ਸਕਦੇ ਹਾਂ। ਫਿਰ ਜਿਹੜੀਆਂ ਪ੍ਰਭੂ ਦੀ ਟਰੂ ਗਿਫਟਸ ਆ, ਉਹ ਸਾਡੇ ਵਾਸਤੇ ਕੰਮ ਨਹੀਂ ਕਰਨੀਆਂ ਹੈਗੀਆਂ, ਕਰਕੇ ਅਸੀਂ ਇੱਕ ਰਹਿਮ ਦੇ ਕਾਰਨ ਨਹੀਂ ਕਰਦੇ ਹੈਗੇ, ਇੱਕ ਪਿਆਰ ਦੇ ਕਾਰਨ ਨਹੀਂ ਲੋਕਾਂ ਵਾਸਤੇ ਪ੍ਰੇ ਕਰਦੇ ਹੈਗੇ। ਸਾਨੂੰ ਲਾਲਚ ਆ। ਗੇਜ਼ੀ ਨੂੰ ਲਾਲਚ ਸੀਗਾ।
ਸੋ ਹੋ ਸਕਦਾ, ਮੈਂ ਕਹਿੰਦਾ ਨਹੀਂ ਵੀ ਇਹੀ ਸੀਗਾ, ਪਰ ਹੋ ਸਕਦਾ ਵੀ ਇਸ ਰੀਜ਼ਨ ਵਾਸਤੇ ਉਹਦੀ ਨੇਚਰ ਨੇ ਕੰਮ ਨਹੀਂ ਕੀਤਾ ਜਦੋਂ ਉਹ ਮੁੰਡੇ ਨੂੰ ਜਗਾਉਣ ਗਿਆ ਸੀਗਾ। ਪਰ ਪ੍ਰਭੂ ਦੀ ਵਡਿਆਈ ਹੋਵੇ, ਨਬੀ ਆਪ ਪਹੁੰਚਾ ਤੇ ਉਹਦਾ ਮੁੰਡਾ ਠੀਕ ਹੋ ਸਕਿਆ। ਸੋ ਆਪਾਂ ਇੱਥੇ ਦੇਖ ਲਿਆ 2 ਮਿਰਕਲਸ ਹੋ ਗਈਆਂ ਜਿਹੜੀਆਂ ਪ੍ਰਭੂ ਨੇ ਉਸ ਔਰਤ ਵਾਸਤੇ ਕੀਤੀਆਂ, ਕਰਕੇ ਉਹ ਪ੍ਰਭੂ ਦਾ ਕੰਮ ਕਰਦੀ ਸੀਗੀ। ਨਬੀ ਨੇ ਉਹਦੇ ਵਾਸਤੇ 2 ਮਿਰਕਲਸ ਹੋ ਗਈਆਂ, ਪਰ ਇੰਨੀਆਂ ਹੀ ਸੀਗੀਆਂ ਨਹੀਂ, ਪਤਾ ਨਹੀਂ ਉਹਨੇ ਕਿੰਨੀਆਂ ਮਿਰਕਲਸ ਉਹਦੇ ਵਾਸਤੇ ਹੋਈਆਂ। ਪਰ ਇੱਕ ਪ੍ਰਭੂ ਦੀ ਵਡਿਆਈ ਹੋਵੇ, ਜਦੋਂ ਅਸੀਂ ਉਹਦੀ ਮਰਜ਼ੀ ਵਿੱਚ ਚੱਲਦੇ ਹਾਂ, ਮਿਰਕਲ ਆਫਟਰ ਮਿਰਕਲ ਸਾਡੇ ਜੀਵਨ ਦੇ ਵਿੱਚ ਹੋਣ ਲੱਗ ਪੈਂਦੀਆਂ। ਪਰ ਬਾਹਲੀ ਵਾਰੀ ਅਸੀਂ ਮਿਰਕਲਸ ਦੇ ਮਗਰ ਪਏ ਹੋਏ ਆ, ਪਰ ਜਿਹੜਾ ਮਿਰਕਲਸ ਕਰਦਾ ਆ ਉਹਨੂੰ ਨਹੀਂ ਚਾਹੁੰਦੇ ਹੈਗੇ। ਪਰ ਸਾਨੂੰ ਉਹਦੇ ਮਗਰ ਪੈਣਾ ਪੈਣਾ, ਉਹਦੀ ਮਰਜ਼ੀ ਕੀ ਆ। ਸੋ ਇੱਥੇ ਅਸੀਂ ਦੇਖਦੇ ਹਾਂ ਜਿਹੜੀ ਇੱਕ ਹੋਰ ਮਿਰਕਲਸ ਉਹਦੇ ਵਾਸਤੇ ਕਰਦੇ ਆ, ਕਰਕੇ ਨਬੀ ਸੀਗਾ, ਉਹਨੂੰ ਪ੍ਰਭੂ ਨੇ ਦੱਸਤਾ ਬਈ ਕਾਲ ਆਉਣ ਵਾਲਾ, ਇਸ ਮੁਲਕ ਉੱਤੇ ਕਾਲ ਆਉਣ ਵਾਲਾ। ਸੋ ਉਹਨੇ ਕੀ ਕੀਤਾ, ਜਦੋਂ ਉਹ ਵਿਜ਼ਿਟ ਕਰਨ ਆਉਂਦਾ ਆ ਇਸ ਏਰੀਆ ਦੇ ਵਿੱਚ, ਉਹ ਔਰਤ ਜਿਹੜੀ ਹੁੰਦੀ ਆ, ਹੁਣ ਉਹਦੇ ਆਦਮੀ ਦੀ ਡੈਥ ਹੋਈ ਹੁੰਦੀ ਆ, ਪਰ ਉਹ ਉਹਨੂੰ ਦੱਸਦਾ ਆ, ਕਹਿੰਦਾ ਇੱਥੇ ਹੁਣ ਕਾਲ ਆਉਣ ਵਾਲਾ ਆ, ਤੂੰ 5 ਸਾਲ ਵਾਸਤੇ ਬਾਹਰ ਨਿਕਲ ਜਾ ਇੱਥੋਂ, ਹੋਰ ਕਿਤੇ ਚੱਲ ਜਾ, ਕਰਕੇ ਇੱਥੇ ਬਹੁਤ ਔਖਾ ਟਾਈਮ ਆ ਜਾਣਾ। ਦੇਖੋ ਹੁਣ ਕੀ ਹੋਇਆ, ਇੱਕ ਹੋਰ ਮਿਰਕਲ ਉਹਦੇ ਵਾਸਤੇ ਦੱਸਦੀ ਆ, ਜਿਹੜਾ ਡਿਫਿਕਲਟ ਟਾਈਮ ਸੀਗਾ, ਪਹਿਲਾ ਮੈਸੇਜ ਪਰਮੇਸ਼ਰ ਨੇ ਭੇਜ ਦਿੱਤਾ ਉਹਦੇ ਵਾਸਤੇ, ਉਹਦੀ ਤਿਆਰੀ ਕਰ ਸਕੇ। ਦੂਸਰੇ ਰਾਜਾ ਉਹਦਾ 8ਵਾਂ ਚੈਪਟਰ, ਉਹਦੀ ਪਹਿਲੀ ਤੇ ਦੂਜੀ ਆਇਤ ਆਪਾਂ ਪੜ੍ਹਾਂਗੇ। 2 King chapter 8 verse 1 until 2। ਅਲੀਸ਼ਾ ਨੇ ਉਸ ਤੀਮੀ ਨੂੰ, ਜਿਹਦੇ ਪੁੱਤਰ ਨੂੰ ਉਸਨੇ ਜੁਆਲਿਆ ਸੀ, ਆਖਿਆ ਕਿ ਉੱਠ ਔਰ ਆਪਣੇ ਟੱਬਰ ਸਣੇ ਪੈਂਡਾ ਕਰ, ਔਰ ਜਿੱਥੇ ਕਿਤੇ ਤੂੰ ਵਸ ਸਕੇ ਜਾ ਵਸ, ਕਿਉਂ ਜੋ ਯਹੋਵਾ ਨੇ ਕਾਲ ਦਾ ਹੁਕਮ ਲਾ ਦਿੱਤਾ ਹੈ, ਤੇ ਨਾਲੇ ਉਹ ਇਸ ਦੇਸ਼ ਉੱਤੇ 7 ਵਰੇ ਰਹੇਗਾ। ਸੋ ਉਹ ਤੀਮੀ ਨੇ ਉੱਠ ਕੇ ਪਰਮੇਸ਼ਰ ਦੇ ਜਨ ਦੇ ਕਹੇ ਅਨੁਸਾਰ ਕੀਤਾ, ਔਰ ਆਪਣੇ ਟੱਬਰ ਸਣੇ ਪੈਂਡਾ ਕੀਤਾ, ਔਰ ਫਿਲਿਸਤੀਆਂ ਦੇ ਦੇਸ਼ ਵਿੱਚ ਜਾ ਕੇ 7 ਵਰੇ ਵਸੀ। 5 ਵਰੇ ਗਿਆ ਸੀ, ਪਰ 7 ਵਰੇ। ਓਕੇ, ਸੋ ਕੀ ਹੋਇਆ, ਉਹ ਆਪਣੇ ਮੁਲਕ ਦੇ ਵਿੱਚੋਂ ਫਿਲਿਸਤੀਨ ਦੇ ਮੁਲਕ ਵਿੱਚ ਚਲ ਜਾਂਦੀ ਆ, ਤੇ ਉੱਥੇ ਉਹ 7 ਸਾਲ ਉਹ ਰਹਿੰਦੀ ਆ। ਆਪਣੀ ਜ਼ਮੀਨ ਉਹ ਕਿਰਾਏ ਤੇ ਦੇ ਗਈ, ਆਪਣਾ ਘਰ ਕਿਰਾਏ ਤੇ ਦੇ ਗਈ ਆ। ਸੋ ਉਹਦਾ ਕੁਝ ਵੀ ਲੂਜ਼ ਨਹੀਂ ਹੋਇਆ ਹੈਗਾ। ਕਰਕੇ ਹੱਲੇ ਕਿਸੇ ਨੂੰ ਪਤਾ ਨਹੀਂ ਹੈਗਾ ਇੱਥੇ ਕਾਲ ਆਉਣ ਵਾਲਾ। ਸੋ ਉਹਨੂੰ ਚੰਗਾ ਰੈਂਟ ਮਿਲਣਾ, ਸਭ ਕੁਝ ਚੰਗਾ ਮਿਲਣਾ ਆ, ਤੇ ਉਹ ਉੱਥੇ ਜਾ ਕੇ ਰਹਿਣ ਲੱਗ ਪੈਂਦੀ ਆ। ਹੁਣ ਕੀ ਹੋਇਆ, ਇੱਕ ਹੋਰ ਪਰਮੇਸ਼ਰ ਨੇ ਉਹਦੇ ਵਾਸਤੇ ਮਿਰਕਲ ਕਰ ਦਿੱਤੀ ਆ। ਮੁਲਕ ਦੇ ਵਿੱਚ ਤੰਗੀ ਆਉਣ ਵਾਲੀ ਆ, ਪਰ ਪਰਮੇਸ਼ਰ ਨੇ ਉਹਨੂੰ ਰਾਹ ਦੱਸਦਾ ਆ ਵੀ ਤੂੰ ਇਸ ਤੰਗੀ ਤੋਂ ਬਗੈਰ ਕਿੱਦਾਂ ਰਹਿ ਸਕਦੀ ਆ। ਜਦੋਂ ਅਸੀਂ ਪਰਮੇਸ਼ਰ ਦੇ ਨਾਲ ਚੱਲਦੇ ਆ, ਕੋਈ ਵੀ ਚੀਜ਼ ਖਰਾਬ ਹੋਣ ਵਾਲੀ ਆ, ਸਾਨੂੰ ਪਹਿਲਾਂ ਵਾਰਨ ਕਰ ਦਿੰਦਾ ਅਸੀਂ ਕੀ ਕਰਨਾ ਹੈ। ਕੀ ਹੋਇਆ, ਇੱਥੇ ਅਸੀਂ ਦੇਖਦੇ ਇੱਕ ਹੋਰ ਮਿਰਕਲ ਹੋ ਗਿਆ। ਪਤਾ ਨਹੀਂ, ਮੈਂ ਤਾਂ 2-3 ਮਿਰਕਲਸ ਦੇਖੀਆਂ ਜਿਹੜੀਆਂ ਉਹ ਇਸ ਔਰਤ ਵਾਸਤੇ ਹੋਈਆਂ ਸੀਗੀਆਂ। ਹੋ ਸਕਦਾ ਇਦੋਂ ਵੀ ਜ਼ਿਆਦੀਆਂ ਹੋਈਆਂ ਹੁਣ, ਸਾਰੀਆਂ ਨਾਲ ਲਿਖੀਆਂ ਹੋਣ। ਸੋ ਸੱਚੀ ਹੁਣ ਕੀ, ਉਹ 7 ਸਾਲ ਹੋ ਗਏ ਆ, ਜ਼ਮੀਨ ਉਹਨੇ ਕਿਰਾਏ ਤੇ ਚੜਾਈ ਸੀਗੀ, ਤੇ ਘਰ ਆਪਣਾ ਕਿਰਾਏ ਤੇ ਚੜਾਇਆ ਆ, ਤੇ ਹੁਣ ਉਹ ਮੁੜ ਕੇ ਆਉਂਦੀ ਆ, ਤੇ ਉਹਦੇ ਕੋਲ ਮੁਸੀਬਤ ਆ। ਜਿਨ੍ਹਾਂ ਨੂੰ ਉਹਨੇ ਕਿਰਾਏ ਤੇ ਚੜਾਇਆ ਉਹ ਕਹਿੰਦੇ ਜੀ ਅਸੀਂ ਨਹੀਂ ਨਿਕਲਣਾ ਹੈਗਾ, ਤੇ ਉਹ ਬਥੇਰਾ ਜ਼ੋਰ ਲਾਉਂਦੀ ਆ, ਪਰ ਉਹ ਮੰਨਦੇ ਹੀ ਨਹੀਂ। ਸੋ ਫਿਰ ਰਾਜੇ ਦੇ ਕੋਲ ਦਰਖਾਸਤ ਕਰਨ ਜਾਂਦੀ ਆ, ਬਈ ਮੇਰੀ ਜਿਹੜੀ ਜ਼ਮੀਨ ਲੈ ਕੇ ਬੈਠੇ ਆ ਤਾਂ ਛੱਡਦੇ ਨਹੀਂ ਹੈਗੇ। ਦੇਖੋ ਪ੍ਰਭੂ ਕਿੰਨਾ ਅਜੀਬ ਕੰਮ ਕਰਦਾ ਹੈ। ਇਸ ਔਰਤ ਵਾਸਤੇ ਮਿਰਕਲ ਆਫਟਰ ਮਿਰਕਲ ਕਰੀ ਜਾਂਦਾ। ਕਾਹਦੇ ਕਰਕੇ ਉਹ ਆਪਣੀ ਪ੍ਰਭੂ ਦੀ ਮਰਜ਼ੀ ਵਿੱਚ ਚੱਲਦੀ ਸੀ। ਜਦੋਂ ਉਹ ਜਾਂਦੀ ਆ ਰਾਜੇ ਦੀ ਪ੍ਰੈਜ਼ੈਂਸ ਵਿੱਚ, ਉਹਦੀ ਹਜ਼ੂਰੀ ਦੇ ਵਿੱਚ, ਉਧਰੋਂ ਗੈਜ਼ੀ ਬੈਠਾ ਹੁੰਦਾ ਆ, ਜਿਹਨੂੰ ਕਰਕੇ ਉਹਨੇ ਹੇਰਾ ਫੇਰੀ ਕੀਤੀ ਸੀ, ਝੂਠ ਬੋਲਿਆ ਸੀਗਾ, ਉਹਨੂੰ ਕੋੜ ਹੋਇਆ ਹੁੰਦਾ, ਤੇ ਰਾਜੇ ਨੇ ਉਹਨੂੰ ਸੱਦਿਆ ਆ, ਤੇ ਉਹ ਨਬੀ ਇਲਾਈਜਾ ਦੇ ਬਾਰੇ ਪੁੱਛਦਾ ਆ
ਵੀ ਤੂੰ ਉਹਨਾਂ ਇੰਨਾ ਟਾਈਮ ਸਪੈਂਡ ਕੀਤਾ ਸੀਗਾ, ਉਹਦੀਆਂ ਮਿਰਕਲਸ ਮੈਨੂੰ ਸੁਣਾ, ਉਹਦੀਆਂ ਕਹਾਣੀਆਂ ਸੁਣਾ ਵੀ ਇੰਨੀਆਂ ਮਿਰਕਲਸ ਉਹਨੇ ਕੀਤੀਆਂ ਸੀਗੀਆਂ। ਤੇ ਉਹ ਬੈਠਿਆ ਸੁਣਾਉਂਦਾ ਆ, ਤੂੰ ਇਸ ਔਰਤ ਬਾਰੇ ਵੀ ਦੱਸ ਰਿਹਾ ਹੈ, ਉਹ ਇਹ ਕਹਾਣੀ ਇਸ ਔਰਤ ਦੇ ਬਾਰੇ ਦੱਸ ਰਿਹਾ ਆ, ਉਧਰੋਂ ਇਹ ਔਰਤ ਤੁਰੀ ਆਉਂਦੀ ਆ ਆਪਣੇ ਲੜਕੇ ਦੇ ਨਾਲ। ਦੇਖੋ ਕਿੰਨਾ ਅਜੀਬ ਆ। ਜਦੋਂ ਤੁਰੀ ਆਉਂਦੀ ਹੈ, ਗੇਜੀ ਕਹਿੰਦਾ ਆਹ ਹੀ ਆ, ਕਹਿੰਦਾ ਬੁੜੀ ਉਹ ਜਿਹਦੀ ਮੈਂ ਤੈਨੂੰ ਕਹਾਣੀ ਦੱਸਦਾ। ਤੇ ਉਹ ਜਦੋਂ ਰਾਜੇ ਦੇ ਮੂਹਰੇ ਆਉਂਦੀ ਆ, ਉਹ ਕਹਿੰਦੀ ਰਾਜਾ ਜੀ, ਕਹਿੰਦੀ ਮੈਂ ਜ਼ਮੀਨ ਆਪਣੀ ਦਿੱਤੀ ਹੋਈ ਸੀਗੀ ਤੇ ਹੁਣ ਉਹ ਛੱਡਦੇ ਨਹੀਂ ਹੈਗੇ। ਰਾਜੇ ਨੇ ਫੌਜੀ ਨਾਲ ਉਹਦੇ ਭੇਜਿਆ, ਕਹਿੰਦਾ ਇਹਦੀ ਜ਼ਮੀਨ ਛੁਡਾ ਕੇ ਦਿਓ, ਨਾਲੇ ਜਿੰਨਾ ਉਹਨੇ ਕਿਰਾਇਆ ਦੇਣਾ ਜੋ ਵੀ ਬਣਦਾ ਇਹਨੂੰ ਲੈ ਕੇ ਦਿਓ। ਇੱਕ ਹੋਰ, ਜਦੋਂ ਉਹ ਹੁਣ ਨਵੀਂ ਉੱਥੇ ਵੀ ਨਹੀਂ ਸੀਗਾ, ਹੁਣ ਫੇਰ ਉਹਦੇ ਵਾਸਤੇ ਪਰਮੇਸ਼ਰ ਨੇ ਇੱਕ ਹੋਰ ਮਿਰਕਲ ਕਰ ਦਿੱਤੀ। ਵਾਹ, ਉਹਨੂੰ ਪੱਖ ਦੇਤਾ, ਉਹਨਾਂ ਨੂੰ ਫੇਵਰ ਦੇਤਾ। ਪਰਮੇਸ਼ਰ ਦਾ ਟਾਈਮਿੰਗ ਵੀ ਬਹੁਤ ਅਜੀਬ ਆ। ਆਪਾਂ ਇਸ ਦੂਸਰੇ ਰਾਜੇ 8 ਚੈਪਟਰ ਦੀ 3 ਤੋਂ 6 ਆਇਤ ਤੱਕ ਪੜਾਂਗੇ। ਹਾਂਜੀ, 2 King chapter 8 verse 3 until 6। ਅਤੇ 7 ਵਰ੍ਹਿਆਂ ਦੇ ਅੰਤ ਵਿੱਚ ਇਉਂ ਹੋਇਆ ਕਿ ਉਹ ਤੀਵੀਂ ਫਲਿਸਤੀਆਂ ਦੇ ਦੇਸ਼ੋਂ ਮੁੜੀ ਅਤੇ ਆਪਣੇ ਘਰ ਦੇ ਲਈ ਤੇ ਆਪਣੀ ਭੌਂ ਦੇ ਲਈ ਪਾਤਸ਼ਾਹ ਕੋਲ ਦੁਹਾਈ ਦੇਣ ਲੱਗੀ। ਤਦ ਪਾਤਸ਼ਾਹ ਪਰਮੇਸ਼ਰ ਦੇ ਜਨ ਦੇ ਜਵਾਨ ਗੇਹਾਜੀ ਨਾਲ ਗੱਲਾਂ ਕਰਦਾ ਸੀ ਕਿ ਉਹ ਸਭੋ ਵੱਡੇ ਵੱਡੇ ਕੰਮ ਜਿਹੜੇ ਅਲੀਸ਼ਾ ਨੇ ਕੀਤੇ ਹਨ ਮੈਨੂੰ ਦੱਸ। ਤੇ ਇਉਂ ਹੋਇਆ ਕਿ ਜਦ ਉਹ ਪਾਤਸ਼ਾਹ ਨੂੰ ਦੱਸ ਹੀ ਰਿਹਾ ਸੀ ਕਿ ਕਿਵੇਂ ਉਸਨੇ ਇੱਕ ਮੁਰਦੇ ਨੂੰ ਜਵਾਲਿਆ, ਤੇ ਵੇਖੋ ਉਹ ਤੀਵੀਂ ਜਿਹਦੇ ਪੁੱਤਰ ਨੂੰ ਉਹਨੇ ਜਵਾਲਿਆ ਸੀ, ਪਾਤਸ਼ਾਹ ਦੇ ਕੋਲ ਆਪਣੇ ਘਰ ਤੇ ਆਪਣੀ ਭੌਂ ਦੇ ਲਈ ਦੁਹਾਈ ਦੇਣ ਲੱਗੀ। ਤਦ ਗੇਹਾਜੀ ਨੇ ਆਖਿਆ, ਹੇ ਮੇਰੇ ਸਵਾਮੀ ਪਾਤਸ਼ਾਹ, ਇਹੋ ਉਹ ਤੀਵੀਂ ਤੇ ਇਹੋ ਦਾ ਪੁੱਤਰ ਹੈ ਜਿਹਨੂੰ ਅਲੀਸ਼ਾ ਨੇ ਜਵਾਲਿਆ ਸੀ। ਜਦ ਪਾਤਸ਼ਾਹ ਨੇ ਉਸ ਤੀਵੀਂ ਨੂੰ ਪੁੱਛਿਆ, ਤਦ ਉਸਨੇ ਉਹਨੂੰ ਦੱਸਿਆ। ਇਸ ਲਈ ਪਾਤਸ਼ਾਹ ਨੇ ਉਸ ਦੇ ਲਈ ਇੱਕ ਹਾਕਮ ਨੂੰ ਠਹਿਰਾਇਆ ਕਿ ਉਸ ਨੂੰ ਆਖਿਆ, ਸਭ ਕੁਝ ਜੋ ਇਹਦਾ ਸੀ ਅਤੇ ਜਦ ਤੋਂ ਇਹਨੇ ਇਹ ਦੇਸ਼ ਛੱਡਿਆ ਉਦੋਂ ਤੋਂ ਲੈ ਕੇ ਹੁਣ ਤਾਈਂ ਦੀ ਖੇਤ ਦੀ ਸਾਰੀ ਪੈਦਾਵਾਰ ਉਸ ਨੂੰ ਮੋੜ ਦੇ। ਆਮੀਨ। ਦੇਖੋ ਕਿੰਨਾ ਪਰਮੇਸ਼ਰ ਅਜੀਬ ਆ। ਅਸੀਂ ਕਹਿੰਦੇ ਆ ਖਰਿਆ ਬਈ ਸਾਡੇ ਵਾਸਤੇ ਇਹ ਕੰਮ ਹੋਣਾ ਕਿ ਨਹੀਂ, ਪਰ ਜਦੋਂ ਅਸੀਂ ਪਰਮੇਸ਼ਰ ਦਾ ਕੰਮ ਕਰਦੇ ਆ, ਜੋ ਸਾਡੇ ਤੋਂ ਚਾਹੁੰਦਾ ਆ, ਇਸ ਔਰਤ ਦੇ ਕੋਲੋਂ ਬਾਹਲਾ ਕੁਛ ਨਹੀਂ ਚਾਹੁੰਦਾ ਸੀਗਾ। ਕੀ ਚਾਹੁੰਦਾ ਸੀ? ਮੇਰੇ ਸੇਵਕ ਨੇ ਇੱਧਰ ਦੀ ਲੰਘਣਾ ਆ, ਉਹਨੂੰ ਰਹਿਣ ਨੂੰ ਜਗ੍ਹਾ ਚਾਹੀਦੀ ਹੈ। ਹੋ ਸਕਦਾ ਉਹ 1-2 ਦਿਨ ਰਹਿੰਦਾ ਹੋਵੇ, ਹੋ ਸਕਦਾ ਹਫ਼ਤਾ ਰਹਿੰਦਾ ਹੋਵੇ, ਬਸ ਸਾਲ ਦੇ ਵਿੱਚ ਇੰਨਾ ਹੀ ਚਾਹੀਦਾ ਹੈ। ਉਹ ਉਹਦੇ ਵਾਸਤੇ ਕਮਰਾ ਪ੍ਰੋਵਾਈਡ ਕੀਤਾ, ਹੋ ਸਕਦਾ ਖਾਣਾ ਵੀ ਪ੍ਰੋਵਾਈਡ ਕਰਦੀ ਹੋਵੇ। ਓਕੇ, ਬਸ ਆਹ ਹੀ ਸੀਗਾ। ਪਰ ਪਰਮੇਸ਼ਰ ਨੇ ਸਾਰਾ ਹੀ ਜੀਵਨ ਉਸ ਔਰਤ ਨੂੰ ਛੱਡਿਆ ਨਹੀਂ। ਜਦੋਂ ਵੀ ਉਹਨੂੰ ਮਿਰਕਲ ਦੀ ਲੋੜ ਪੈਂਦੀ ਸੀਗੀ, ਜਦੋਂ ਵੀ ਉਹਨੂੰ ਕਿਸੇ ਚੀਜ਼ ਦੀ ਪਹਿਲਾਂ ਹੀ ਤਿਆਰੀ ਪਰਮੇਸ਼ਰ ਨੇ ਕੀਤੀ ਹੁੰਦੀ ਸੀ। ਇਧਰੋਂ ਉਹ ਔਰਤ ਆ ਰਹੀ ਆ, ਉਧਰੋਂ ਪਰਮੇਸ਼ਰ ਨੇ ਉਹਨੂੰ ਕਹਾਣੀ ਸ਼ੁਰੂ ਕਰਨ ਲਾਇਆ ਆ। ਜੇ ਕਿਤੇ ਰੋਂਗ ਟਾਈਮ ਆਉਂਦੀ ਤਾਂ ਪਰਮੇਸ਼ਰ, ਹੋ ਸਕਦਾ ਰਾਜਾ ਸੁਣਦਾ ਵੀ ਨਾ, ਮੈਂ ਟੂ ਬਿਜ਼ੀ ਹਾਂ, ਮੈਨੂੰ ਨਹੀਂ ਪਤਾ ਹੈਗਾ। ਓਕੇ, ਪਰ ਕੀ ਹੋਇਆ, ਉਸ ਟਾਈਮ ਦੇ ਵਿੱਚ ਉਹ ਕਹਾਣੀ ਸੁਣਾ ਰਿਹਾ ਆ, ਉਸ ਟਾਈਮ ਦੇ ਵਿੱਚ ਹੀ ਉਹ ਆ ਜਾਂਦੀ ਆ। ਪਰਮੇਸ਼ਰ ਦਾ ਟਾਈਮਿੰਗ ਬਹੁਤ ਵੰਡਰਫੁਲ ਆ, ਬਹੁਤ ਅਜੀਬ ਆ। ਹੋ ਸਕਦਾ ਇਸ ਵੇਲੇ ਜਿਹੜੀ ਤੁਸੀਂ ਮਿਰਕਲ ਚਾਹੁੰਦੇ ਆ, ਪਰਮੇਸ਼ਰ ਕਰਨ ਨੂੰ ਤਿਆਰ ਆ, ਪਰ ਪਹਿਲਾਂ ਸਾਨੂੰ ਸਵਾਲ ਪੁੱਛਣ ਨੂੰ ਜ਼ਰੂਰਤ ਆ। ਪਰਮੇਸ਼ਰ ਨੂੰ ਪੁੱਛਣ ਦੀ ਜ਼ਰੂਰਤ ਆ, ਪਰਮੇਸ਼ਰ ਜੀ ਮੈਂ ਕੀ ਕਰ ਸਕਦਾ ਤੁਹਾਡੇ ਵਾਸਤੇ, ਮੇਰੇ ਤੋਂ ਤੁਸੀਂ ਕੀ ਚਾਹੁੰਦੇ ਆ। ਹੋ ਸਕਦਾ ਕੋਈ ਨਿੱਕਾ ਜਿਹਾ ਕੰਮ ਚਾਹੁੰਦਾ ਹੋਵੇ, ਪਰ ਸਾਨੂੰ ਕਰਨ ਨੂੰ ਤਿਆਰ ਚਾਹੀਦੇ ਆ। ਜਦੋਂ ਅਸੀਂ ਉਹਦਾ ਕੰਮ ਕਰਨ ਨੂੰ ਤਿਆਰ ਆ, ਤੇ ਉਹ ਸਾਡੇ ਕੰਮ ਕਰਨ ਨੂੰ ਤਿਆਰ ਆ। ਜਿੰਨੇ ਮਰਜ਼ੀ ਵੱਡੇ ਹੋਣ, ਜਿੰਨੇ ਮਰਜ਼ੀ ਅਣਹੋਣੇ ਹੋਣ, ਜਿੰਨੇ ਮਰਜ਼ੀ ਲੋਕੀ ਕਹਿੰਦੇ ਹੁਣ ਇੰਪੋਸੀਬਲ ਆ, ਹੋ ਨਹੀਂ ਸਕਦਾ ਹੈਗਾ, ਪਰਮੇਸ਼ਰ ਦੇਖ ਕੇ ਹੱਸਦਾ ਆ। ਉਹ ਕਹਿੰਦਾ ਮੈਂ ਤੁਹਾਡੇ ਵਾਸਤੇ ਕਰ ਦਊਂਗਾ। ਸੋ ਇੱਥੇ ਅਸੀਂ ਦੇਖਦੇ ਹਾਂ, ਇਹ ਜਿਹੜੀ ਔਰਤ ਸੀ, ਜਿਹੜੀ ਭੈਣ ਸੀਗੀ,
ਤੇ ਆਪਾਂ ਇੱਥੇ 4 ਮਿਰਕਲਸ ਉਹਦੀਆਂ ਵਾਸਤੇ ਦੇਖ ਹਟੇ ਆ ਜਿਹੜੀਆਂ ਪਰਮੇਸ਼ਰ ਨੇ ਉਹਦੇ ਵਾਸਤੇ ਕੀਤੀਆਂ। ਸੋ ਉਹਨੇ ਇੱਕੋ ਹੀ ਕੰਮ ਕੀਤਾ ਸੀ, ਉਹਦੇ ਦਿਲ ਦੀ ਇੱਛਾ ਹੀ ਸੀਗੀ। ਜਦੋਂ ਸੇਵਕ ਆਉਂਦਾ ਸੀ ਉਧਰ ਦੀ ਤੇ ਉਹਨੇ ਬਚਨ ਸੁਣਾਉਣਾ ਹੁੰਦਾ ਸੀ, ਤੇ ਉਹ ਚਾਹੁੰਦੀ ਸੀ ਵੀ ਉਹ ਇੱਕ ਸੁੱਕੀ ਜਗ੍ਹਾ ਦੇ ਵਿੱਚ ਹੋਵੇ, ਇੱਕ ਵੋਮ ਜਗ੍ਹਾ ਦੇ ਵਿੱਚ ਹੋਵੇ, ਤੇ ਇੱਕ ਕਮਰਾ ਉਹਦੇ ਵਾਸਤੇ ਬਣਾਇਆ। ਇੱਕ ਕਮਰਾ ਦਿੰਦੀ ਸੀ ਉਹਨੂੰ। ਹੋ ਸਕਦਾ ਜਿੱਦਾਂ ਮੈਂ ਕਹਿਣਾ ਵੀ ਇੱਕ 2-3 ਦਿਨ ਰਹਿੰਦਾ ਹੋਊ ਜਾਂ ਹਫ਼ਤਾ ਰਹਿੰਦਾ ਹੋਊਗਾ। ਓਕੇ, ਪਰ ਦੇਖੋ ਉਹਨੇ ਇੰਨਾ ਕੀ ਕੰਮ ਕੀਤਾ ਜਿਹੜਾ ਕੁਛ ਵੀ ਨਹੀਂ ਸੀਗਾ। ਜੇ ਆਪਾਂ ਸੋਚ ਕੇ ਦੇਖੀਏ, ਉਹਦੇ ਨਾਲ ਕੰਪੇਅਰ ਕਰਕੇ ਦੇਖੀਏ ਜਿਹੜੀਆਂ ਉਹਦੇ ਵਾਸਤੇ ਮਿਰਕਲਸ ਕੀਤੀਆਂ। ਇੱਕ ਨਿੱਕਾ ਜਿਹਾ ਕਮਰਾ ਤਿਆਰ ਕੀਤਾ ਜੋ ਪਰਮੇਸ਼ਰ ਚਾਹੁੰਦਾ ਸੀ ਉਹਦੇ ਆਦਮੀ ਵਾਸਤੇ ਹੋਵੇ। ਪਰਮੇਸ਼ਰ ਨੇ ਪਹਿਲਾਂ ਤਾਂ ਉਹਨੂੰ ਬੱਚਾ ਦਿੱਤਾ ਜਿਹੜਾ ਹੋ ਨਹੀਂ ਸਕਦਾ ਸੀਗਾ। ਜਿੱਥੇ ਦੁਨੀਆ ਕਹਿੰਦੀ ਸੀ ਅਨਹੁਣਾ ਆ, ਤੂੰ ਬੈਰਨ ਆ, ਤੈਨੂੰ ਬੱਚਾ ਹੋ ਨਹੀਂ ਸਕਦਾ ਹੈਗਾ। ਦੂਸਰਾ, ਜਦੋਂ ਬੱਚੇ ਦੀ ਮੌਤ ਹੋ ਜਾਂਦੀ ਆ, ਪਰਮੇਸ਼ਰ ਨੇ ਉਹਨੂੰ ਮੁੜ ਕੇ ਫੇਰ ਜੀਵਨ ਦੇਤਾ। ਜਿਹੜਾ ਅਨਹੁਣਾ ਸੀਗਾ, ਜਦੋਂ ਇੱਕ ਵਾਰੀ ਕੋਈ ਮਰ ਜਾਂਦਾ ਹੈ ਉਹ ਮੁੜ ਕੇ ਨਹੀਂ ਜੀ ਹੁੰਦੇ ਹੈਗੇ, ਪਰ ਪਰਮੇਸ਼ਰ ਨੇ ਉਹਨੂੰ ਮੁੜ ਕੇ ਫੇਰ ਜੀਂਦਾ ਕਰ ਦਿੱਤਾ। ਫਿਰ ਅਸੀਂ ਦੇਖਦੇ ਹਾਂ ਉਸ ਮੁਲਕ ਉੱਤੇ ਕਾਲ ਆਉਣ ਵਾਲਾ ਆ। ਪਰਮੇਸ਼ਰ ਨੇ ਪਹਿਲਾਂ ਆਪਣੇ ਸੇਵਕ ਨੂੰ ਵਾਰਨਿੰਗ ਦੇਤੀ ਆ ਕੇ, ਇਸ ਮੁਲਕ ਉੱਤੇ ਮੈਂ ਕਾਲ ਲਿਆਉਣ ਵਾਲਾ, ਪਰ ਤੂੰ ਮੈਨੂੰ ਮੰਨਣ ਵਾਲੀ ਆ, ਤੂੰ ਮੇਰੇ ਅੱਖੇ ਚਮਾ ਲੱਗਦੀ ਆ। ਜੋ ਮੈਂ ਚਾਹੁੰਦਾ ਸੀ ਤੂੰ ਮੇਰੇ ਵਾਸਤੇ ਕੀਤਾ ਆ, ਤੂੰ 7 ਸਾਲ ਹੁਣ ਬਾਹਰ ਰਿਹਾ, ਐਂਚ ਕੱਟੀ ਕਾਹਤੇ ਕਰਕੇ। ਜੋ ਵੀ ਇਥੋਂ ਕਮਾਈ ਆਉਂਦੀ ਆ ਉਹ ਤੈਨੂੰ ਮਿਲੀ ਜਾਣੀ ਆ, ਤੇ ਤੂੰ ਐਂਸ਼ ਦੇ ਨਾਲ ਹੋਟਲ ਦੇ ਵਿੱਚ ਜਾ ਕੇ ਆਪਣੇ ਲੜਕੇ ਦੇ ਨਾਲ ਸੋਹਣੀ ਜਗ੍ਹਾ ਦੇ ਵਿੱਚ ਰਹਿ ਸਕਦੇ ਆ। ਤੇ ਉਹ ਜਾਂਦੀ ਆ, ਜਦੋਂ ਫੇਰ ਮੁੜ ਕੇ ਆਉਂਦੀ ਫੇਰ ਮੁਸੀਬਤ ਪੈ ਜਾਂਦੀ ਆ। ਹੁਣ ਮੁਸੀਬਤ ਕੀ ਆ? ਹੁਣ ਉਹ ਜ਼ਮੀਨ ਨਹੀਂ ਛੱਡਦੇ ਹੈਗੇ, ਪਰ ਪਰਮੇਸ਼ਰ ਨੇ ਪਹਿਲਾਂ ਹੀ ਤਿਆਰੀ ਕੀਤੀ ਹੁੰਦੀ ਹੈ। ਉਹ ਮੁੜ ਕੇ ਫੇਰ ਮਿਰਕਲ ਕਰਦਾ ਹੈ। ਦੇਖੋ ਕਿੰਨੀਆਂ ਮਿਰਕਲਸ ਜਿਹੜੀਆਂ ਲਿਖੀਆਂ, ਹੋ ਸਕਦਾ ਬਹੁਤ ਮਿਰਕਲਸ ਹੋਣ ਜਿਹੜੀਆਂ ਲਿਖੀਆਂ ਨਹੀਂ ਹੈਗੀਆਂ। ਜਿੱਥੇ ਹੁਣ ਜਾਣਾ ਸੀ, ਹੋ ਸਕਦਾ ਪਰਮੇਸ਼ਰ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਵੇ, ਜਾਂ ਉੱਥੇ ਮਕਾਨ ਲਿਆ ਹੋ, ਜਾਂ ਹੋਰ ਵੀ ਕੰਮ ਕੀਤਾ ਹੋ। ਜੋ ਉਹਦੇ ਵਿੱਚ ਤਿਆਰੀ ਸੀ ਉਹ ਪਰਮੇਸ਼ਰ ਨੇ ਪਹਿਲਾਂ ਹੀ ਕੀਤੀ ਹੋਣੀ ਹੈ। ਸੋ ਪ੍ਰਭੂ ਦੀ ਵਡਿਆਈ ਹੋਵੇ। ਇਸ ਵੇਲੇ ਜਿਹੜੇ ਮੇਰੇ ਭੈਣ ਭਰਾ ਸੁਣ ਰਹੇ ਆ, ਪਰਮੇਸ਼ਰ ਜਿੰਨੀ ਮਰਜ਼ੀ ਤੁਹਾਡੀ ਅਨਹੋਣੀ ਮਿਰਕਲ ਆ, ਤੁਸੀਂ ਕਹਿੰਦੇ ਵੀ ਇਹ ਹੋ ਨਹੀਂ ਸਕਦੀ ਹੈਗੀ, ਪਰਮੇਸ਼ਰ ਕਰਨ ਨੂੰ ਤਿਆਰ ਆ। ਪਰ ਅੱਜ ਦੀ ਸਟੋਰੀ ਦੇ ਕਾਰਨ ਕੁਝ ਸਾਨੂੰ ਕਰਨ ਦੀ ਜ਼ਰੂਰਤ ਹੈ। ਉਹ ਸਾਨੂੰ ਕੀ ਕਰਨ ਦੀ ਜ਼ਰੂਰਤ ਹੈ? ਪਰਮੇਸ਼ਰ ਜੀ ਸਾਡੇ ਤੋਂ ਤੁਸੀਂ ਕੀ ਚਾਹੁੰਦੇ ਆ? ਫਿਰ ਜੋ ਸਾਨੂੰ ਦੱਸਦਾ ਆ ਅਸੀਂ ਉਹ ਕਰਨਾ ਸਾਨੂੰ ਚਾਹੀਦਾ ਹੈ। ਆਮੀਨ। ਮੈਂ ਸੁਰਿੰਦਰ ਨੂੰ ਕਹੂੰਗਾ ਉਹ ਥੋੜ੍ਹਾ ਜਿਹਾ ਸਮਾਂ ਕਰੂਗੀ, ਫਿਰ ਮੈਂ ਤੁਹਾਡੀ ਮਿਰਕਲ ਵਾਸਤੇ ਪ੍ਰੇ ਕਰੂੰਗਾ ਬਈ ਪ੍ਰਭੂ ਜੋ ਵੀ ਤੁਹਾਡੀਆਂ ਮਿਰਕਲ ਸੜੀਆਂ ਆ ਉਹ ਤੁਹਾਡੇ ਵਾਸਤੇ ਖੁੱਲ ਜਾਣ। ਜਿੱਦਾਂ ਤੁਸੀਂ ਪ੍ਰਭੂ ਦੀ ਮਰਜ਼ੀ ਨੂੰ ਪੂਰੀ ਕਰਦੇ ਆ, ਤੇ ਉਹ ਫਿਰ ਤੁਹਾਡੀ ਮਰਜ਼ੀ ਨੂੰ ਪੂਰੀ ਕਰੂਗਾ, ਤੁਹਾਡੀ ਮਿਰਕਲ ਲੈ ਕੇ ਆਊਗਾ। ਆਮੀਨ। ਸੱਚੀਆਂ ਬਾਈਬਲ ਦੇ ਵਿੱਚ ਲਿਖਿਆ ਆ ਕਿ ਪਰਮੇਸ਼ਰ ਕਿਸੇ ਦਾ ਵੀ ਕਰਜ਼ਾਈ ਨਹੀਂ ਹੈਗਾ। ਪਰਮੇਸ਼ਰ ਜੇ ਅਸੀਂ ਕੁਛ ਕਰਦੇ ਹਾਂ ਤਾਂ ਪਰਮੇਸ਼ਰ ਦਾ ਬੱਟਾ ਰੱਖਦਾ ਨਹੀਂ ਹੈਗਾ, ਉਹਦਾ ਫਲ ਦਿੰਦਾ ਹੈ। ਸੋ ਮੇਰੇ ਹਿਸਾਬ ਨਾਲ ਤੇ ਇਹ ਉਹੀ ਗੱਲ ਵਾ ਕਿ ਜੇ ਅਸੀਂ ਕੁਛ ਬੀਜਦੇ ਹਾਂ ਤੇ ਉਹਨੂੰ ਬਹੁਤ ਸਾਰਾ ਫਲ ਆਉਂਦਾ ਹੈ। ਪਰ ਕੀ ਇੱਥੇ ਪਾਸਟਰ ਜੀ ਨੇ ਬਹੁਤ ਜ਼ੋਰ ਪਾਇਆ, ਉਹਨੂੰ ਇੱਕ ਮਕਾਨ ਬਣਾ ਕੇ ਦਿੱਤਾ। ਪਰ ਜਿਹੜੀ ਮੇਰੇ ਦਿਲ ਨੂੰ ਗੱਲ ਲੱਗੀ, ਉਹਨੇ ਪਹਿਲਾਂ ਕੀ ਕੀਤਾ ਸੀ? ਉਸ ਅਲੀਸ਼ਾ ਰੱਬ ਦੇ ਬੰਦੇ ਨੂੰ, ਨਬੀ ਨੂੰ ਉਹਨੇ ਫੋਰਸ ਕੀਤਾ, ਤਕੀਦ ਕੀਤੀ ਕਿ ਮੇਰੇ ਘਰ ਬੈਠ ਕੇ ਰੋਟੀ ਖਾਵੇ। ਤੇ ਮੇਰੇ ਖਿਆਲ 'ਚ ਬਹੁਤ ਸਾਰੀਆਂ ਭੈਣਾਂ, ਬਹੁਤ ਸਾਰੀਆਂ ਔਰਤਾਂ ਆ ਜਿਨ੍ਹਾਂ ਨੂੰ ਮੈਂ ਜਾਣਦੀ ਹਾਂ, ਜਦੋਂ ਉਹ ਵੀ ਇੱਦਾਂ ਕਰਦੇ ਆ, ਜਦੋਂ ਉਹਨਾਂ ਨੂੰ ਪਤਾ ਲੱਗਦਾ ਕੋਈ ਪਰਮੇਸ਼ਰ ਦਾ ਦਾਸ ਆਇਆ ਆ, ਤਾਂ ਉਹ ਵੀ ਚਾਹੁੰਦੇ ਹੁੰਦੇ ਕਿ ਸਾਡੇ ਘਰ ਆ ਕੇ ਕੋਈ ਖਾਣਾ ਖਾਵੇ। ਸੋ ਜਿੱਥੇ ਵੀ ਆਪਾਂ ਹੈਗੇ, ਜਿੰਨੇ ਜੋਗੇ ਵੀ ਆਪਾਂ ਹੈਗੇ ਆ, ਜੋ ਪਰਮੇਸ਼ਰ ਦਾ ਆਤਮਾ ਸਾਡੀ ਅਗਵਾਈ ਕਰਦਾ ਆ, ਉਹਦੇ ਵਿੱਚ ਅਸੀਂ ਕੰਜੂਸੀ ਨਾ ਕਰੀਏ, ਕਿਉਂਕਿ ਪਰਮੇਸ਼ਰ ਹੱਦੋਂ ਵੱਧ ਸਾਡੇ ਤੋਂ ਮੰਗਦਾ ਨਹੀਂ। ਸਾਡੇ ਤੋਂ ਉਹੀ ਮੰਗਦਾ ਹੈ ਜੋ ਅਸੀਂ ਕਰ ਸਕਦੇ ਹਾਂ।
ਪਹਿਲੀ ਚੀਜ਼ ਇਹਨੇ ਬਿਨਾ, ਮੈਨੂੰ ਨਹੀਂ ਪਤਾ ਕਿੱਦਾਂ ਇਹਦੇ ਦਿਲ ਵਿੱਚ ਆਇਆ, ਕਿੱਦਾਂ ਹੋਈ, ਪਰ ਇੱਥੇ ਇੱਦਾਂ ਹੀ ਲਿਖਿਆ 8ਵੀਂ ਆਇਤ ਵਿੱਚ ਕਿ ਉਹਨੇ ਉਸ ਨੂੰ ਰੋਟੀ ਖਾਣ ਲਈ ਮਜਬੂਰ ਕੀਤਾ। ਆਮੇਨ ਆਮੇਨ ਮਜਬੂਰ ਕੀਤਾ ਕੀ ਕਰਨ ਲਈ? ਰੋਟੀ ਖਾਣ ਲਈ। ਆਪਣੇ ਇੰਡੀਅਨ ਕਲਚਰ ਦੇ ਵਿੱਚ ਇਹ ਬਹੁਤ ਵੱਡੀ ਗੱਲ ਆ। ਜਦੋਂ ਆਪਾਂ ਕਿਸੇ ਨੂੰ ਦੇਖਦੇ ਆ, ਆਪਾਂ ਵੀ ਉਹਨਾਂ ਨੂੰ ਮਜਬੂਰ ਕਈ ਵਾਰੀ ਕਰ ਲੈਂਦੇ ਆ। ਪਰ ਸੱਚੀ ਗੱਲ ਇਹ ਆ ਕਿ ਆਪਾਂ ਨੂੰ ਪਛਾਣੀਏ ਕਿ ਪਰਮੇਸ਼ਰ ਦਾ ਆਤਮਾ ਸਾਨੂੰ ਕੀ ਕਹਿ ਰਿਹਾ ਹੈ। ਤੇ ਫਿਰ ਜਿੱਦਾਂ ਜਿੱਦਾਂ ਉਹਨੇ ਦੇਖਿਆ, ਉਹਦਾ ਨੇਚਰ ਦੇਖਿਆ, ਉਹਦਾ ਸੁਭਾਅ ਦੇਖਿਆ, ਉਹਦਾ ਕੰਮ ਦੇਖਿਆ, ਤੇ ਉਹਦੇ ਦਿਲ ਵਿੱਚ ਪਰਮੇਸ਼ਰ ਨੇ ਪਾਇਆ ਕਿ ਇਹਦੇ ਲਈ ਇੱਕ ਮਕਾਨ ਵੀ, ਕਮਰਾ ਵੀ ਤਿਆਰ ਕੀਤਾ ਜਾਵੇ। ਇਕੱਲਾ ਕਮਰਾ ਹੀ ਨਹੀਂ ਤਿਆਰ ਕੀਤਾ, ਪੂਰਾ ਐਸ਼ ਆਰਾਮ ਵਾਲਾ, ਕਿਉਂਕਿ ਬੈੱਡ ਵੀ ਰੱਖੀ, ਚੌਂਕੀ ਵੀ ਰੱਖੀ, ਗੱਦਾ ਵੀ ਰੱਖਿਆ, ਟੇਬਲ ਵੀ ਰੱਖਿਆ, ਚੇਅਰ ਵੀ ਰੱਖੀ। ਇਹਦਾ ਮਤਲਬ ਜਿੰਨੀਆਂ ਚੀਜ਼ਾਂ ਦੀ ਉਹਨੂੰ ਲੋੜ ਸੀ ਪਰਮੇਸ਼ਰ ਨੇ ਉਹਦੇ ਦਿਲ ਵਿੱਚ ਪਾਈਆਂ ਤੇ ਉਹਨੇ ਉਹ ਕੰਪਲੀਟ ਕੀਤਾ। ਨਹੀਂ ਤਾਂ ਉਹ ਕਹਿ ਸਕਦੀ ਸੀ ਵੀ ਕੀ ਜ਼ਰੂਰਤ ਹੈ, ਇਹ ਜਿਹੜਾ ਇਹਨੂੰ ਪਰਮੇਸ਼ਰ ਨੇ ਕੰਮ ਦਿੱਤਾ ਉਹ ਆਪੇ ਕਰੀ ਜਾਵੇ। ਪਰ ਉਹਦਾ ਫਲ ਉਹਨੂੰ ਬਹੁਤ ਵੱਡਾ ਮਿਲਿਆ। ਸੱਚੀ ਗੱਲ ਆ, ਜੋ ਅਸੀਂ ਬੀਜਦੇ ਹਾਂ ਉਹ ਅਸੀਂ ਵੱਢਣਾ ਆ, ਉਹਨੂੰ ਹੀ ਫਲ ਲੱਗਦਾ ਆ। ਤੇ ਮੈਂ ਪ੍ਰਭੂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਕਿਸੇ ਦਾ ਕਰਜ਼ਾਈ ਨਹੀਂ ਹੈਗਾ, ਪਰ ਉਹ ਲੋਕਾਂ ਤੇ ਕਿਰਪਾ ਕਰਨ ਵਾਲਾ ਪਰਮੇਸ਼ਰ। ਉਹ ਕਹਿੰਦਾ ਜੋ ਤੇਰੇ ਕੋਲ ਹੈਗਾ ਮੈਨੂੰ ਦੇ, ਉਹਦੇ ਵਿੱਚੋਂ ਹੀ ਮੈਂ ਤੈਨੂੰ ਬਰਕਤ ਦੇ ਦੇਣੀ। ਪਰ ਵਾਲੀ ਵਾਰੀ ਪ੍ਰੋਬਲਮ ਇਹ ਪੈ ਜਾਂਦੀ ਆ, ਰੋਟੀ ਤਾਂ ਆਪਾਂ ਖਾ ਦਿੰਦੇ ਆ, ਪਰ ਪ੍ਰਭੂ ਜੇ ਹੋਰ ਕੁਝ ਪੁੱਛਦਾ ਹੈ ਕੀ ਅਸੀਂ ਦੇਣ ਨੂੰ ਤਿਆਰ ਹਾਂ? ਪ੍ਰਭੂ ਸਾਡਾ ਦਿਲ ਵੀ ਮੰਗਦਾ ਹੈ ਕਿ ਅਸੀਂ ਆਪਣਾ ਦਿਲ ਦੇਣ ਨੂੰ ਤਿਆਰ ਹਾਂ। ਪ੍ਰਭੂ ਸਾਡਾ ਟਾਈਮ ਮੰਗਦਾ ਹੈ ਕਿ ਅਸੀਂ ਟਾਈਮ ਦੇਣ ਨੂੰ ਤਿਆਰ ਹਾਂ, ਤਾਂ ਕਿ ਸਾਨੂੰ ਉਹ ਬਲੈਸ ਕਰ ਸਕੇ, ਬਰਕਤ ਦੇ ਸਕੇ। ਜਿਹੜੀਆਂ ਅਨਹੋਣੀਆਂ ਚੀਜ਼ਾਂ ਆ ਆਮੇਨ ਉਹ ਕਰ ਸਕਦਾ। ਕਈ ਵਾਰੀ ਸਾਨੂੰ ਲੱਗਦਾ ਕਿ ਹੁਣ ਇਹਦਾ ਰਾਹ ਹੈ ਨਹੀਂਗਾ। ਹੋ ਸਕਦਾ ਉਸ ਔਰਤ ਦੇ ਜੀਵਨ ਦੇ ਵਿੱਚ ਵੀ ਇੱਦਾਂ ਹੀ ਸੀ ਕਿ ਕੋਈ ਰਾਹ ਨਹੀਂ ਹੈਗਾ ਹੁਣ ਕਿ ਮੈਂ ਗਰਭਵਤੀ ਹੋਵਾਂ ਜਾਂ ਮੇਰੇ ਕੋਲ ਬੇਬੀ ਹੋਵੇ। ਉਹਦੇ ਕੋਲ ਕੋਈ ਉਮੀਦ ਨਹੀਂ ਸੀ। ਪਰਮੇਸ਼ਰ ਨੇ ਉੱਥੇ ਸੁੱਕੀ ਸੜੀ ਭੌਂ ਤੇ ਨਦੀਆਂ ਬਹਾਤੀਆਂ, ਉੱਥੇ ਰਾਹ ਬਣਾ ਦਿੱਤਾ। ਫਿਰ ਦੂਸਰਾ ਆਪਾਂ ਦੇਖਦੇ ਜਦੋਂ ਕਾਲ ਦੇ ਦਿਨ ਸੀਗੇ, ਪਰਮੇਸ਼ਰ ਨੇ ਆਪਣੇ ਜਨ ਦੇ ਰਾਹੀਂ ਫਿਰ ਉਹਨੂੰ ਵਾਰਨਿੰਗ ਦਿੱਤੀ ਤੇ ਉਹ ਆਖੇ ਲੱਗੀ। ਉਹ ਕਹਿ ਸਕਦੀ ਸੀ ਮੈਂ ਆਪਣੀ ਜ਼ਮੀਨ ਵਾਲੀ ਆ, ਮੈਂ ਘਰ-ਬਾਰ ਵਾਲੀ ਆ, ਮੇਰੇ ਕੋਲ ਤਾਂ ਬਥੇਰਾ ਹੈ ਖਾਣ ਨੂੰ, ਪਰ ਉਹ ਆਖੇ ਲੱਗੀ। ਜਿੱਥੇ ਵੀ ਪਰਮੇਸ਼ਰ ਅੱਜ ਸਾਨੂੰ ਲੈ ਕੇ ਜਾਣਾ ਚਾਹੁੰਦਾ ਆ, ਅਸੀਂ ਉਹਦੇ ਆਖੇ ਲੱਗੀਏ ਤੇ ਮੁੜ ਕੇ ਆਉਂਦੇ ਨੂੰ ਵੀ ਪ੍ਰਭੂ ਨੇ ਰਾਈਟ ਟਾਈਮ ਤੇ ਰਾਈਟ ਪਲੇਸ ਤੇ ਕਿਸੇ ਪਰਸਨ ਨੂੰ ਭੇਜਿਆ ਸੀ ਜਿੱਥੋਂ ਉਹਦੀ ਮਦਦ ਆਉਣੀ ਸੀ। ਸੋ ਅੱਜ ਆਪਾਂ ਵੀ ਪਰਮੇਸ਼ਰ ਦੀ ਆਵਾਜ਼ ਨੂੰ ਸੁਣ ਕੇ ਤੇ ਉਹਦੇ ਆਖੇ ਲੱਗੀਏ ਤੇ ਚੰਗੇ ਕੰਮ ਕਰਦੇ ਥੱਕ ਨਾ ਜਾਈਏ, ਅੱਕ ਨਾ ਜਾਈਏ, ਕਿਉਂਕਿ ਜਿਹੜੇ ਚੰਗੇ ਕੰਮ ਕਰਦੇ ਆ, ਬੀਜਦੇ ਆ, ਉਹ ਟਾਈਮ ਸਿਰ ਵਾਢੀ ਵੀ ਕਰਨਗੇ। ਆਮੇਨ। ਸੋ ਆਪਾਂ ਹੁਣ ਪ੍ਰਾਰਥਨਾ ਕਰਦੇ ਹਾਂ। ਓਕੇ ਜਿਹੜੀ ਵੀ ਚੀਜ਼ ਵਾਸਤੇ ਤੁਸੀਂ ਇਸ ਵੇਲੇ ਮਿਰਕਲ ਚਾਹੁੰਦੇ ਆ ਤੇ ਪ੍ਰਭੂ ਤੁਹਾਡੇ ਵਾਸਤੇ ਮਿਰਕਲ ਕਰੂਗਾ। ਜੇ ਤੁਸੀਂ ਅੱਜ ਰੱਬ ਨੂੰ ਪਾਉਣਾ ਚਾਹੁੰਦੇ, ਤੁਸੀਂ ਹਾਲੇ ਪਾਇਆ ਨਹੀਂ ਹੈਗਾ, ਤੁਸੀਂ ਅੱਜ ਪਾ ਸਕਦੇ ਆ। ਮੈਂ ਪਹਿਲਾਂ ਉਹਨਾਂ ਵਾਸਤੇ ਪ੍ਰੇ ਕਰੂੰਗਾ ਜਿਹੜੇ ਅੱਜ ਇਸ ਵੇਲੇ ਪਰਮੇਸ਼ਰ ਨੂੰ ਆਪਣੇ ਜੀਵਨ ਦੇ ਵਿੱਚ ਸੱਦਣਾ ਚਾਹੁੰਦੇ ਆ। ਇਹ ਸਾਰਿਆਂ ਨਾਲੋਂ ਜ਼ਿਆਦਾ ਖਾਸ ਚੀਜ਼ ਆ। ਫਿਰ ਅਸੀਂ ਉਹਦੇ ਆਖੇ ਲੱਗਣ ਲੱਗਦੇ ਆ ਜਦੋਂ ਅਸੀਂ ਪਹਿਲਾਂ ਉਹਨੂੰ ਆਪਣੇ ਜੀਵਨ ਵਿੱਚ ਸੱਦ ਲੈਂਦੇ ਹਾਂ। ਸੋ ਪਹਿਲਾਂ ਆਪਾਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ ਜਿਹੜੇ ਇਸ ਵੇਲੇ ਪ੍ਰਭੂ ਨੂੰ ਆਪਣੇ ਜੀਵਨ ਵਿੱਚ ਸੱਦਣਾ ਚਾਹੁੰਦੇ ਆ। ਆ ਜਾਓ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਭੈਣ ਭਰਾਵਾਂ ਨੇ ਇਸ ਵੇਲੇ ਮੈਸੇਜ ਸੁਣਿਆ, ਤੁਸੀਂ ਉਹਨਾਂ ਦੇ ਦਿਲ ਨੂੰ ਛੂਆ ਤਾਂ ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਜਦੋਂ ਇਸ ਵੇਲੇ ਆਪਣੇ ਪਾਪਾਂ ਤੋਂ ਤੋਬਾ ਕਰਕੇ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਸਾਦੇ ਆ, ਤੁਸੀਂ ਉਹਨਾਂ ਦੀ ਮਦਦ ਕਰੋ ਸਵਰਗ ਪਿਤਾ। ਤੁਹਾਨੂੰ ਜਾਣਨ ਵਾਲੇ ਹੋਣ, ਤੁਹਾਡੇ ਨਾਲ ਚੱਲਣ ਵਾਲੇ ਹੋਣ, ਉਹਨਾਂ ਦੇ ਪਾਪ ਮਾਫ ਕਰ ਦਿਓ, ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਲਓ ਸਵਰਗ ਪਿਤਾ ਕਰਕੇ। ਯਿਸੂ ਮਸੀਹ ਨੇ ਉਹਨਾਂ ਦੇ ਪਾਪ ਜਿਹੜੇ ਸੀ ਕ੍ਰੋਸ ਉੱਤੇ ਚੱਕ ਲਏ ਸੀ ਤੇ ਕੀਮਤ ਦੇ ਦਿੱਤੀ ਆ, ਇਸ ਕਰਕੇ ਉਹਨਾਂ ਨੂੰ ਫ੍ਰੀ ਕਰ ਦਿਓ ਯਿਸੂ ਮਸੀਹ ਦੇ ਨਾਂ ਦੇ ਵਿੱਚ। ਆਮੇਨ। ਮੈਂ ਹੋਰ ਪ੍ਰੇ ਕਰੂੰਗਾ, ਹੋ ਸਕਦਾ ਮੈਂ ਪ੍ਰੇ ਕਰੂੰਗਾ ਜੈਨੂਅਲੀ ਜਿਹਨਾਂ ਨੂੰ ਮਿਰਕਲ ਚਾਹੀਦੀ ਹੈ। ਫਿਰ ਸੁਰਿੰਦਰ ਨੂੰ ਕਵਾਂਗੇ ਉਹ ਪ੍ਰੇ ਕਰੂਗੀ। ਜਿਹੜੀਆਂ ਇਸ ਵੇਲੇ ਲੜਕੀਆਂ ਉਹਨਾਂ ਦੇ ਕੋਲ ਬੱਚਾ ਨਹੀਂ ਹੈਗਾ ਤੇ ਉਹ ਵੀ ਇਸ ਔਰਤ ਵਾਂਗ ਬੱਚਾ ਚਾਹੁੰਦੀਆਂ ਆ, ਤੇ ਸੁਰਿੰਦਰ ਪ੍ਰੇ ਕਰੂਗੀ ਵੀ ਤੁਹਾਨੂੰ ਪ੍ਰਭੂ ਵੀ ਇੱਕ ਗਿਫਟ ਦੇਵੇ। ਓਕੇ, ਆ ਜਾਓ ਆਪਾਂ ਪ੍ਰੇ ਕਰੀਏ। ਥੈਂਕ ਯੂ ਫਾਦਰ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਮੇਰੇ ਭੈਣ ਭਰਾ ਇਸ ਵੇਲੇ ਸੁਣ ਰਹੇ ਆ, ਉਹਨਾਂ ਦੇ ਜੀਵਨ ਦੇ ਵਿੱਚ ਮਿਰਕਲ ਚਾਹੀਦੀ ਹੈ, ਕੋਈ ਮੌਜੇ ਵਾਲੀ ਚੀਜ਼ ਚਾਹੀਦੀ, ਜਿਹੜੀ ਅਨਹੋਣੀ ਚੀਜ਼ ਆ
ਬਹੁਤ ਚਿਰ ਉਡੀਕਦੇ ਨੂੰ ਹੋ ਗਿਆ ਪਰ ਹੋਈ ਨਹੀਂ ਹੈਗੀ। ਪਰ ਸਵਰਗਦੂਤਾ ਅਸੀਂ ਚਾਹੁੰਦੇ ਹਾਂ ਹੁਣੇ ਹੀ ਸਵਰਗਦੂਤਾ ਤੁਸੀਂ ਉਹਨਾਂ ਦੀ ਮਦਦ ਕਰੋ, ਉਹ ਤੁਹਾਡੇ ਕੋਲ ਰਿਸੀਵ ਕਰ ਸਕਣ ਤੇ ਉਹਨਾਂ ਦੇ ਜੀਵਨ ਦੇ ਵਿੱਚ ਮਿਰਕਲ ਸਾਈਨਸ ਐਂਡ ਵੰਡਰਸ ਹੋ ਸਕਣ ਜਿਹੜੇ ਤੁਹਾਡੇ ਕੋਲ ਆਉਂਦੇ ਆ। ਜਿਹੜੀਆਂ ਅਨਹੋਣੀਆਂ ਚੀਜ਼ਾਂ ਸੀਗੀਆਂ ਉਹ ਹੋ ਸਕਣ। ਜੇ ਉਹ ਬਿਮਾਰੀ ਸੀ, ਬਿਮਾਰੀ ਆ, ਉਹ ਠੀਕ ਹੋ ਜਾਣ। ਸਵਰਗਦੂਤਾ ਜੇ ਉਹਨਾਂ ਨੂੰ ਪੈਸੇ ਦੀ ਲੋੜ ਸੀਗੀ, ਉਹ ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹਨਾਂ ਵਾਸਤੇ ਰਸਤੇ ਖੁੱਲ ਜਾਣ। ਜੇ ਪਰਿਵਾਰਾਂ ਦੇ ਵਿੱਚ ਮੁਸੀਬਤਾਂ ਸੀਗੀਆਂ, ਯਿਸੂ ਮਸੀਹ ਦੇ ਨਾਂ ਦੇ ਵਿੱਚ ਦੂਰ ਹੋ ਜਾਣ। ਸਵਰਗਦੂਤਾ ਜੇ ਕੋਈ ਡਿਵੋਰਸ ਤੇ ਵੀ ਆਇਆ, ਯਿਸੂ ਮਸੀਹ ਦੇ ਨਾਂ ਦੇ ਵਿੱਚ ਉਹ ਪਰਿਵਾਰ ਮੁੜ ਕੇ ਫੇਰ ਤੁਹਾਡੇ ਨਾਲ ਰਲ ਜਾਵੇ। ਸਵਰਗਦੂਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਂ ਦੇ ਵਿੱਚ ਕਰਦੇ ਹਾਂ। ਆਮੀਨ। ਹਾਂਜੀ, ਅੱਜ ਆਪਾਂ ਪ੍ਰਾਰਥਨਾ ਕਰੀਏ ਪ੍ਰਭੂ ਤੋਂ ਭਰੋਸਾ ਰੱਖ ਕੇ ਕਿ ਪ੍ਰਭੂ ਸਭ ਕੁਝ ਕਰ ਸਕਦਾ ਹੈ, ਕਿਉਂਕਿ ਜਿਹੜੇ ਬੱਚੇ ਆ ਇਹ ਪਰਮੇਸ਼ਰ ਵੱਲੋਂ ਇੱਕ ਗਿਫਟ ਆ ਤੇ ਇਹਨਾਂ ਨੂੰ ਆਪਾਂ ਖਰੀਦ ਨਹੀਂ ਸਕਦੇ, ਪਰ ਪ੍ਰਭੂ ਕੋਲੋਂ ਆਪਾਂ ਮੰਗ ਸਕਦੇ ਹਾਂ ਤੇ ਪ੍ਰਭੂ ਆਪਾਂ ਨੂੰ ਦਊਗਾ। ਸੱਚੇ ਪਿਤਾ ਪਰਮੇਸ਼ਰ ਜੀ, ਮੈਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੀ, ਤੁਹਾਡੀ ਵਡਿਆਈ ਕਰਦੀ ਕਿ ਤੁਸੀਂ ਕਦੀ ਵੀ ਆਪਣੇ ਲੋਕਾਂ ਨੂੰ ਸ਼ਰਮਿੰਦੇ ਨਹੀਂ ਹੋਣ ਦਿੰਦੇ, ਪਰ ਤੁਸੀਂ ਹਰ ਵੇਲੇ ਆਪਣੇ ਲੋਕਾਂ ਦੀ ਮਦਦ ਕਰਨ ਵਾਸਤੇ ਆਪਣੀ ਕਿਰਪਾ ਬਣਾਈ ਰੱਖਦੇ ਹੋ। ਤੇ ਅੱਜ ਮੇਰੀ ਵੀ ਪ੍ਰਾਰਥਨਾ ਹੈ ਪ੍ਰਭੂ ਜੀ, ਮੈਂ ਆਪਣੀਆਂ ਬੇਟੀਆਂ ਵਾਸਤੇ ਪ੍ਰਾਰਥਨਾ ਕਰਦੀ, ਜਿੰਨੀਆਂ ਭੈਣਾਂ ਬੇਟੀਆਂ ਇਸ ਵੇਲੇ ਇਸ ਮਿਰੇਕਲ ਦੀ ਉਡੀਕ ਦੇ ਵਿੱਚ ਆ, ਜਿੱਥੇ ਕੋਈ ਉਮੀਦ ਨਹੀਂ ਹੈਗੀ, ਪਰ ਤੁਸੀਂ ਉੱਥੇ ਉਮੀਦ ਖੜੀ ਕਰ ਸਕਦੇ ਹੋ। ਔਰ ਪਿਤਾ ਪਰਮੇਸ਼ਰ ਉਹਨਾਂ ਦੇ ਦਿਲ ਵਿੱਚ ਨਿਹਚਾ ਪਾਓ ਕਿ ਜੋ ਉਹ ਮੰਗਦੀਆਂ ਹੈ, ਜੋ ਉਹ ਚਾਹੁੰਦੀਆਂ ਆ, ਉਹਨਾਂ ਵਾਸਤੇ ਹੋ ਸਕਦਾ ਹੈ। ਸੋ ਪਿਤਾ ਪ੍ਰਭੂ ਜੀ, ਮੇਰੀ ਪ੍ਰਾਰਥਨਾ ਹੈ ਕਿ ਉਹਨਾਂ ਦੀ ਕੁੱਖ ਖੁੱਲ੍ਹ ਜਾਵੇ ਤੇ ਉਹਨਾਂ ਦੇ ਗਰਭ ਦੇ ਵਿੱਚ ਬੀਜ ਬੀਜਿਆ ਜਾਵੇ ਤੇ ਉਹਦੇ ਨਾਲ ਉਹਨਾਂ ਦੇ ਘਰ ਬੱਚੇ ਜਨਮ ਸਕਣ। ਪ੍ਰਭੂ ਤੁਸੀਂ ਕਿਹਾ ਹੈ ਕਿ ਮੈਂ ਬੇਔਲਾਦ ਤੀਵੀਂ ਦਾ ਘਰ ਵਸਾਉਂਦਾ ਹਾਂ ਤੇ ਉਹਨੂੰ ਮਾਂ ਬਣਾ ਕੇ ਬਿਠਾਉਂਦਾ ਹੈ। ਸੋ ਆਓ ਪ੍ਰਭੂ ਜੀ, ਅੱਜ ਸਾਡੀ ਵੀ ਰਿਕੁਐਸਟ ਆ, ਪ੍ਰਾਰਥਨਾ ਹੈ, ਤੇਰੇ ਅੱਗੇ ਬੇਨਤੀ ਆ, ਹੱਥ ਜੋੜ ਕੇ ਬੇਨਤੀ ਆ ਪ੍ਰਭੂ, ਜਿੰਨੇ ਵੀ ਅੱਜ ਤੈਨੂੰ ਪੁਕਾਰਨ, ਜਿੰਨੇ ਵੀ ਇਹਨੂੰ ਮਗਰੋਂ ਪ੍ਰੋਗਰਾਮ ਨੂੰ ਸੁਣ, ਇਸ ਪ੍ਰਾਰਥਨਾ ਨੂੰ ਸੁਣ, ਜਿਹੜੇ ਵੀ ਕਬੂਲ ਕਰਨ ਪ੍ਰਭੂ ਤੁਸੀਂ ਉਹਨਾਂ 'ਤੇ ਕਿਰਪਾ ਕਰ ਲੈਣੀ ਔਰ ਆਪਣੀ ਬਖਸ਼ੀਸ਼ ਉਹਨਾਂ ਨੂੰ ਦੇਣੀ, ਆਪਣੀ ਗਿਫਟ ਉਹਨਾਂ ਨੂੰ ਦੇਣੀ ਕਿ ਉਹਨਾਂ ਦੇ ਘਰ ਵੀ ਬੱਚੇ ਬਣਨ, ਉਹ ਵੀ ਬੱਚੇ ਆ ਸਕਣ ਤੇ ਉਹ ਵੀ ਬੱਚਿਆਂ ਦੀ ਮਾਂ ਬਣ ਕੇ ਆਪਣੇ ਘਰ ਦੇ ਬੂਹੇ ਨੂੰ ਨਿਹਾਲ ਕਰ ਸਕੇ। ਸੋ ਆਓ ਪ੍ਰਭੂ ਜੀ, ਤੁਸੀਂ ਮਦਦ ਤੇ ਸਹਾਇਤਾ ਕਰੋ, ਕਿਉਂਕਿ ਤੁਹਾਡੇ ਲਈ ਕੁਛ ਵੀ ਅਣਹੋਣਾ ਨਹੀਂ। ਤੇ ਤੁਹਾਡਾ ਵਾਅਦਾ ਹੈ ਕਿ ਮੈਂ ਤੁਹਾਡੇ ਮੰਗਣ ਤੋਂ, ਤੁਹਾਡੇ ਸੋਚਣ ਤੋਂ ਵੀ ਵੱਧ ਤੁਹਾਡੇ ਵਾਸਤੇ ਕਰ ਸਕਦਾ ਹਾਂ, ਜੋ ਤੁਹਾਡੇ ਵਿੱਚ ਸਮਰੱਥਾ ਪਾਉਂਦੀ ਆ। ਸੋ ਪ੍ਰਭੂ ਜੀ, ਹੁਣ ਦੇ ਮੇਰੇ ਭੈਣਾਂ ਭਰਾਵਾਂ ਨੂੰ ਤੁਹਾਡੀ ਸ਼ਕਤੀ ਦੇ ਮਹਿਸੂਸ ਹੋਵੇ, ਜਿੰਨੀਆਂ ਵੀ ਇਸ ਵੇਲੇ ਬੇਟੀਆਂ ਜਾਂ ਭੈਣਾਂ ਆ, ਉਹਨਾਂ ਨੂੰ ਪਤਾ ਲੱਗੇ ਕਿ ਤੁਹਾਡੀ ਸ਼ਕਤੀ ਕੀ ਆ ਤੇ ਉਹ ਤੁਹਾਡੇ ਵਿੱਚ ਨਿਹਚਾ ਰੱਖਦੇ ਹੋਏ ਸੱਚਮੁੱਚ ਪ੍ਰਭੂ ਜੀ ਇਸ ਗਿਫਟ ਨੂੰ ਕਬੂਲ ਕਰ ਸਕਣ। ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਤੇ ਪਾਉਂਦੇ ਹਾਂ ਕਿ ਇਹ ਸਾਰੀਆਂ ਕੁੱਖਾਂ ਖੋਲੀਆਂ ਜਾਣ ਯਿਸੂ ਮਸੀਹ ਦੇ ਨਾਮ ਵਿੱਚ। ਆਮੇਨ। 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 ਹਾਲੇਲੂਇਆ। ਪ੍ਰੇਜ਼ ਗॉड। ਹਾਂਜੀ, ਆਪਾਂ ਫੇਰ 3:30 ਵਜੇ ਸੰਡੇ ਨੂੰ ਤੇ ਫਰਾਈਡੇ ਨੂੰ 3:30 ਵਜੇ ਫੇਰ ਮਿਲਾਂਗੇ। ਜਿੰਨੇ ਵੀ ਭੈਣ ਭਰਾ ਬੱਚੇ ਸਾਡੇ ਨਾਲ ਜੁੜੇ, ਅਸੀਂ ਉਹਨਾਂ ਦਾ ਬਹੁਤ ਬਹੁਤ ਦਿਲੋਂ ਸ਼ੁਕਰ ਕਰਦੇ ਹਾਂ ਤੇ ਆਉਣ ਵਾਲੇ ਟਾਈਮ 'ਚ ਉਡੀਕ ਰੱਖਦੇ ਹਾਂ। ਜੇ ਯਿਸੂ ਮਸੀਹ ਜੀ ਨਾ ਆਏ, ਜੇ ਆ ਗਏ ਤਾਂ ਫਿਰ ਆਪਾਂ ਸਵਰਗਾਂ 'ਚ ਮਿਲਣਾ ਹੈ, ਜੇ ਨਹੀਂ ਆਏ ਤਾਂ ਆਪਾਂ ਫਿਰ ਆਨਲਾਈਨ ਮਿਲਾਂਗੇ ਤੇ ਉਦੋਂ ਤੱਕ ਤੁਹਾਨੂੰ ਪ੍ਰਭੂ ਬਲੈਸ ਕਰੇ ਤੇ ਆਪਾਂ ਉਹਦੀ ਬਲੈਸਿੰਗ ਦੇ ਵਿੱਚ ਰਹੀਏ। ਸਾਰਿਆਂ ਨੂੰ ਜੈ ਮਸੀਹ ਦੀ। Praise the Lord. Hallelujah. Praise God.